इन हाउस गैसट प्रोग्राम ਵਿੱਚ ਆਪ ਸਭ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪ੍ਰਵਾਸੀ ਟੈਲੀਵਿਜ਼ਨ ਦੇ ਸਾਡੇ ਸਟੂਡੀਓ ਦੇ ਵਿੱਚ ਜਿਹੜੇ ਵੀ ਮਹਿਮਾਨ ਪਹੁੰਚਦੇ ਆ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਨਾਂ ਮਹਿਮਾਨਾਂ ਨਾਲ ਤੁਹਾਡੀ ਗੱਲਬਾਤ ਕਰਵਾਈ ਜਾਵੇ। ਅੱਜ ਦੇ ਸਾਡੇ ਖਾਸ ਮਹਿਮਾਨ ਨੇ, ਉਹਨਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਜਿਹੜਾ ਸਿੱਖ ਇਤਿਹਾਸ ਹੈ, ਜਿਹੜਾ ਸਿੱਖ ਧਰਮ ਹੈ, ਇਹ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਇੱਕ ਤੋਂ ਇੱਕ ਵੱਧ ਕੇ ਸ਼ਹੀਦ ਹੋਏ ਹੈ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ, ਤਸੀਹੇ ਝੱਲੇ, ਬੰਦ ਕਟਵਾਏ। ਉਹਨਾਂ ਦੇ ਵਿੱਚੋਂ ਹੀ ਇੱਕ ਸਿਰਮੌਰ ਯੋਧਾ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਬਾਰੇ ਬਹੁਤ ਸਾਰੇ ਭਰਮ ਭੁਲੇਖੇ ਹੈ, ਜਿਨ੍ਹਾਂ ਬਾਰੇ ਇਤਿਹਾਸ ਦੇ ਵਿੱਚ ਲਿਖਿਆ ਤੇ ਗਿਆ ਬਹੁਤ ਕੁਝ ਹੈ, ਪਰ ਉਹਦੇ ਵਿੱਚੋਂ ਬਹੁਤਾ ਕੁਝ ਐਸਾ ਹੈ ਜੋ ਸੱਚ ਨਹੀਂ ਵੀ ਹੈ। ਕੋਈ ਐਡੀ ਵੱਡੀ ਸ਼ਖਸੀਅਤ ਹੋਵੇ, ਐਡੀ ਵੱਡੀ ਲਾਸਾਨੀ ਉਹਨਾਂ ਦੀ ਕੁਰਬਾਨੀ ਹੋਵੇ, ਪਰ ਉਹਨਾਂ ਬਾਰੇ ਜੋ ਉਹਨਾਂ ਦਾ ਬੰਦਾ ਹੱਕ ਹੈ, ਜੋ ਸਨਮਾਨ ਹੈ, ਜੋ ਸਤਿਕਾਰ ਹੈ, ਉਹ ਉਹਨਾਂ ਨੂੰ ਨਾ ਮਿਲੇ, ਇਹ ਦੁੱਖ ਦੀ ਗੱਲ ਹੈ। ਅੱਜ 16 ਅਕਤੂਬਰ ਦਾ ਦਿਨ ਹੈ, ਅੱਜ ਉਹਨਾਂ ਦਾ 350ਵਾਂ ਜਨਮ ਦਿਨ ਹੈ ਔਰ ਸਾਨੂੰ ਬੜੀ ਖੁਸ਼ੀ ਹੈ ਤੁਹਾਨੂੰ ਦੱਸਦਿਆਂ ਹੋਇਆਂ ਕਿ ਸਾਡੇ ਨਾਲ ਸਟੂਡੀਓ ਦੇ ਵਿੱਚ ਸਰਦਾਰ ਮੋਹਨ ਸਿੰਘ ਭੰਗੂ ਹੋਰੀ ਨੇ, ਜਿਨ੍ਹਾਂ ਨੇ ਬੜੀ ਰਿਸਰਚ ਕੀਤੀ ਹੈ ਇਹਨਾਂ ਉੱਤੇ, ਇੱਕ ਬਕਾਇਦਾ ਕਿਤਾਬ ਲਿਖੀ ਹੈ, ਇੱਕ ਬੁੱਕ ਲਿਖੀ ਹੈ ਉਹਨਾਂ ਨੇ, ਇਹਦੇ ਉੱਤੇ ਪੂਰੀ ਰਿਸਰਚ ਕਰਕੇ। ਤੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਬਾਰੇ, ਉਹਨਾਂ ਦੇ ਜੀਵਨ ਬਾਰੇ ਕੁਝ ਖਾਸ ਗੱਲਾਂ ਬਾਤਾਂ ਕਰਨ ਜਾ ਰਹੇ ਹਾਂ। ਔਰ ਮੇਰਾ ਦਾਅਵਾ ਹੈ ਇਸ ਗੱਲ ਦਾ ਕਿ ਅੱਜ ਤੁਹਾਨੂੰ ਜੋ ਜਾਣਕਾਰੀ ਮਿਲੇਗੀ ਬਾਬਾ ਬੰਦਾ ਸਿੰਘ ਬਹਾਦਰ ਬਾਰੇ, ਉਹ ਸ਼ਾਇਦ ਹੀ ਕਦੀ ਪਹਿਲਾਂ ਮਿਲੀ ਹੋਵੇ, ਕਿਉਂਕਿ ਇਹਨਾਂ ਨੇ ਉਹਨਾਂ ਦੇ ਜਨਮ ਸਥਾਨ ਤੋਂ ਲੈ ਕੇ ਬਹੁਤ ਮਿਹਨਤ ਕੀਤੀ ਹੈ। 60-65 ਥਾਵਾਂ 'ਤੇ ਗਏ ਹੈ, ਲੋਕਾਂ ਨੂੰ ਮਿਲੇ ਹੈ, ਰਿਸਰਚ ਕੀਤੀ ਹੈ, ਫਿਰ ਕਿਤਾਬ ਲਿਖੀ ਹੈ। ਹਜੇ ਇਹ ਕਿਤਾਬ ਇਹਨਾਂ ਦੀ ਜਿਹੜੀ ਲਿਖੀ ਹੈ, ਇਹ ਸਿਲਸਿਲਾ ਜਾਰੀ ਹੈ। ਇਹ ਪ੍ਰੋਜੈਕਟ ਜਿਹੜਾ ਇਹਨਾਂ ਦਾ ਉਹਦਾ ਪਹਿਲਾ ਪੜਾਅ ਹੈ ਜੋ ਇਹਨਾਂ ਨੇ ਕੰਪਲੀਟ ਕੀਤਾ ਹੈ। ਤੇ ਅੱਜ ਇਸ ਪਹਿਲੇ ਪੜਾਅ ਬਾਰੇ ਪਹਿਲਾਂ ਗੱਲ ਕਰ ਲਈਏ, ਫਿਰ ਜਿਉਂ-ਜਿਉਂ ਇਹ ਰਿਸਰਚ ਕਰਦੇ ਰਹਿਣਗੇ ਉਹਦੇ ਬਾਰੇ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ। ਤਾਂ ਮੋਹਨ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਵੇਂ ਮਨ 'ਚ ਆਇਆ ਤੁਹਾਡੇ ਕਿ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਬਾਰੇ ਇੰਨੀ ਮੋਟੀ ਔਰ ਇੰਨੀ ਡਿਟੇਲਡ ਤੁਸੀਂ ਕਿਤਾਬ ਲਿਖੀ ਹੈ? ਕਿਵੇਂ ਮਨ 'ਚ ਆਇਆ? ਮੈਂ ਬੇਸਿਕਲੀ ਹਿਸਟਰੀ ਦਾ ਸਟੂਡੈਂਟ ਹੈਗਾ ਜੀ, ਮਤਲਬ ਮੇਰੀ ਮਾਸਟਰ ਹਿਸਟਰੀ ਦੀ ਵੀ ਹੈਗੀ। ਅੱਛਾ ਜੀ। ਮੈਂ ਬੇਸਿਕਲੀ ਟੈਕਨੀਕਲ ਹੈਗਾ ਬਾਈ ਪ੍ਰੋਫੈਸ਼ਨ। ਅੱਛਾ ਜੀ। ਪਰ ਜਿਹੜੀ 1699 ਤੋਂ ਲੈ ਕੇ 1765 ਸਾਲ ਪੀਰੀਅਡ ਹੈਗਾ, ਵੱਡੇ ਘੱਲੂਘਾਰਾ ਰਥਈ, ਉਹ ਮੇਰਾ ਇੰਟਰਸਟ ਹੈਗਾ ਬੇਸਿਕਲੀ ਉਸ ਪੀਰੀਅਡ ਨੂੰ ਪੜ੍ਹਨਾ। ਪਰ ਉਸ ਪੀਰੀਅਡ ਦੇ ਪੜ੍ਹ ਕੇ ਜਦੋਂ ਮੈਂ ਵਿੱਚ ਇਹਦੇ ਵਿੱਚੋਂ ਮੈਂ ਉਹਨੂੰ ਸਿਲੈਕਟ ਕਰਨਾ ਛੱਡਿਆ, ਮੈਨੂੰ ਬੰਦਾ ਸਿੰਘ ਬਹਾਦਰ ਇੱਕ ਕਰੈਕਟਰ ਲੱਗਿਆ ਵੀ ਜਿਹਦੇ ਉੱਤੇ ਕੰਮ ਕਰਨਾ ਚਾਹੀਦਾ ਹੈਗਾ, ਜਿਹਦੇ ਉੱਤੇ ਮੇਰਾ ਜੀ ਕੀਤਾ ਕੰਮ ਕਰਨੇ ਨੂੰ। ਇਸ ਕਰਕੇ ਮੈਂ ਬੰਦਾ ਸਿੰਘ ਬਹਾਦਰ ਨੂੰ ਜਿਹੜੀ ਚੁਣਿਆ। ਯਾਰ ਇੱਕ ਬਹੁਤ ਹੀ ਮੈਨੂੰ ਇਸ ਚੀਜ਼ ਦਾ ਬੜਾ ਅੱਛਾ ਲੱਗਦਾ, ਮੈਂ ਇੱਕ ਬੜਾ ਚੰਗਾ ਕਰੈਕਟਰ ਪਿਕਅਪ ਕਰ ਸਕਿਆ ਜਿਹਦੇ ਉੱਤੇ ਮੈਂ ਕੰਮ ਕੀਤਾ। ਅੱਛਾ, ਇਹਦੇ 'ਤੇ ਜਦੋਂ ਤੁਸੀਂ ਸਰਚ ਕਰਨਾ ਸ਼ੁਰੂ ਕੀਤਾ, ਰਿਸਰਚ ਵਰਕ ਸ਼ੁਰੂ ਕੀਤਾ, ਹੋਰ ਵੀ ਕਿਤਾਬਾਂ ਲੋਕਾਂ ਨੇ ਪਹਿਲਾਂ ਲਿਖੀਆਂ ਹੋਈਆਂ ਸੀ? ਕਿਉਂਕਿ ਚਰਚਾ ਤਾਂ ਇਹਨਾਂ ਬਾਰੇ ਬਹੁਤ ਹੈ, ਇਤਿਹਾਸ 'ਚ ਜ਼ਿਕਰ ਤਾਂ ਬੜਾ ਆਉਂਦਾ ਹੈ, ਪਰ ਇੰਨਾ ਵਿਸਥਾਰ ਵਿੱਚ ਜ਼ਿਕਰ ਕਿਤੇ ਹੋਰ ਮਿਲਿਆ ਤੁਹਾਨੂੰ? ਜਿਹੜੀ ਇਹਨਾਂ ਦੀ ਲਿਖਤਾਂ ਹੈਗੀਆਂ, ਕੋਈ 1935 ਥਈ ਗੰਡਾ ਸਿੰਘ ਨੇ 1935 ਲਿਖਿਆ। ਉਸ ਤੋਂ ਪਹਿਲਾਂ ਦੀ ਜਿੰਨੀਆਂ ਵੀ ਰਚਨਾਵਾਂ ਹੈਗੀਆਂ ਬੇਸਿਕਲੀ, ਜਿਸ ਤਰ੍ਹਾਂ 1751 ਦੀ ਹੈਗੀ ਬਿਲਾਸਨਾਮਾ ਹੈਗਾ, ਦੈਨ 1776 ਦਾ ਸਰੂਪਦਾਸ ਭੱਲਾ ਦਾ ਮਹਿਮਾ ਪ੍ਰਕਾਸ਼ ਹੈਗਾ, ਜਾਂ ਸਾਬਰੀਨਾਮਾ 1769 ਦਾ। ਬਹੁਤ ਕਿਤਾਬਾਂ ਹੈਗੀਆਂ ਲਿਖੀਆਂ ਗਈਆਂ, ਪਰ ਜਾਣੀ ਮੈਂ ਉਹਨਾਂ ਨੂੰ, ਕਿਉਂਕਿ ਮੇਰਾ ਹੁਣ ਫੀਲਡ ਹੈਗਾ, ਮੈਂ ਉਹਨੂੰ ਪੜ੍ਹਿਆ, ਜਾਣੀ ਉਹਦੇ ਨਾਲ ਬੜੀ ਪੱਖਪਾਤ ਅਸੀਂ ਕਰੀ ਹੈਗੀ। ਅਸੀਂ ਬਹੁਤ ਹੀ ਪੱਖਪਾਤ ਨਾਲ ਲਿਖਿਆ ਹੈਗਾ। ਔਰ ਜਿਹੜੀ ਮੈਂ ਅਜਾ ਵੀ ਕਹਾਂਗਾ, ਮਤਲਬ ਬੇਸਿਕਲੀ ਉਹਦੇ ਉੱਤੇ ਬਹੁਤ ਕੰਮ ਹੋਣ ਵਾਲਾ ਹੈਗਾ, ਜਾਂ ਲੋਕਾਂ ਦੀ ਅਵੇਅਰਨੈਸ ਨਹੀਂ ਹੈਗੀ ਇਸ ਕਰੈਕਟਰ ਬਾਰੇ ਜੋ ਇਹਨਾਂ ਨੇ ਕੀਤਾ ਹੈਗਾ। ਮਤਲਬ ਅਸੀਂ ਅਗਰ ਮੋਟੇ ਤੌਰ 'ਤੇ ਦੇਖੀਏ, ਆਮ ਲੋਕਾਂ ਦੀ ਅਗਰ ਨਜ਼ਰ ਨਾਲ ਦੇਖੀਏ, ਤੇ ਇੰਨੀ ਕੁ ਜਾਣਕਾਰੀ ਮਿਲਦੀ ਹੈ ਕਿ ਗੁਰੂ ਮਹਾਰਾਜ ਨੇ ਇਹਨਾਂ ਨੂੰ ਸਿੰਘ ਸਾਜਿਆ, ਇਹਨਾਂ ਨੂੰ ਉੱਥੋਂ ਭੇਜਿਆ ਔਰ ਇਹ ਆਏ ਪੰਜਾਬ ਦੇ ਵਿੱਚ। ਇਹ ਕਿਹਾ ਜਾਂਦਾ ਹੈ ਕਿ ਇਹਨਾਂ ਨੇ ਸਰਹੰਦ ਦੇ ਕਿਲ੍ਹੇ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਉਸ ਤੋਂ ਬਾਅਦ ਫਿਰ ਇੱਕ ਇਹਨਾਂ ਦਾ ਲੰਬਾ ਇਤਿਹਾਸ ਹੈ, ਲਾਸਾਨੀ ਇਹਨਾਂ ਦੀਆਂ ਕੁਰਬਾਨੀਆਂ ਦਾ, ਪਰ ਤਸੀਹੇ ਵੀ ਇਹਨਾਂ ਨੇ ਜਿਹੜੇ ਝੱਲੇ ਉਹ ਵੀ ਬਿਲਕੁਲ, ਮਤਲਬ ਇਤਿਹਾਸ 'ਚ ਕੋਈ ਐਸੀ ਮਿਸਾਲ ਨਹੀਂ ਮਿਲਦੀ। ਤਾਂ ਇਹਨਾਂ ਦਾ ਕਰੈਕਟਰ ਹੈ ਬੰਦਾ ਸਿੰਘ ਬਹਾਦਰ ਹੋਰਾਂ ਦਾ। ਇਹਦੇ ਬਾਰੇ ਜਿੱਥੇ ਮੈਂ ਪਹਿਲਾਂ ਵੀ ਕਿਹਾ ਹੈ ਕਿ ਬੱਚਿਆਂ ਨੂੰ ਇਤਿਹਾਸ ਦੇ ਵਿੱਚ ਜੋ ਪੜ੍ਹਾਇਆ ਜਾਂਦਾ ਹੈ, ਬੜਾ ਇੱਕ ਮੁਕਤਸਰ ਰੂਪ ਦੇ ਵਿੱਚ ਹੈ, ਸਿਰਫ ਇੱਕ ਮੋਟੇ ਤੌਰ 'ਤੇ ਪੜ੍ਹਾਇਆ ਜਾਂਦਾ ਹੈ। ਪਰ ਜੇ ਤੁਸੀਂ ਇੰਨੀ ਸਟੱਡੀ ਕੀਤੀ ਹੈ, ਉਹਨਾਂ ਬਾਰੇ ਇੰਨੀ ਜ਼ਿਆਦਾ ਜਾਣਕਾਰੀ ਹਾਸਿਲ ਕੀਤੀ ਹੈ, ਤਾਂ ਮੇਰਾ ਖਿਆਲ ਹੈ ਸਾਡੇ ਕੋਲ ਸਮਾਂ ਹੈ, ਥੋੜ੍ਹੀ ਵਿਸਥਾਰ 'ਚ ਜਾਣਨਾ ਚਾਹਾਂਗੇ ਕਿ ਰਜੌਰੀ ਤੋਂ ਸਾਨੂੰ ਇਹ ਤਾਂ ਪਤਾ ਲੱਗਦਾ ਇਹਨਾਂ ਬਾਰੇ, ਪਰ ਕਿੱਥੋਂ ਸ਼ੁਰੂ ਹੋ ਕੇ ਗੁਰੂ ਸਾਹਿਬ ਨਾਲ ਇਹਨਾਂ ਦੇ ਨਾਲ ਮੁਲਾਕਾਤ ਹੋਈ, ਪਹਿਲਾਂ ਉਹਦੇ ਬਾਰੇ ਦੱਸੋ। ਜਿਹੜੀ ਬੰਦਾ ਸਿੰਘ ਬਹਾਦਰ ਦੀ ਜਿਹੜੀ ਟੋਟਲ ਲਾਈਫ ਸਪੈਨ ਹੈਗੀ, ਕੋਈ 46 ਸਾਲਾਂ ਦੀ ਹੈਗੀ,
ਇਹਨੂੰ ਦੋ ਹਿੱਸਿਆਂ 'ਚ ਵੰਡ ਕੇ ਚੱਲ ਸਕਦੇ ਹਾਂ, ਆਪਣੇ ਦੋ ਹਿੱਸਿਆਂ 'ਚ ਵੰਡ ਸਕਦੇ ਹਾਂ। 16 ਅਕਤੂਬਰ 1670 ਤੋਂ ਲੈ ਕੇ, ਵੈਸੇ ਤਾਂ ਜੇ ਜਾਣੀ ਇਹਨੂੰ ਅਸੀਂ ਡਿਟੇਲ ਡਿਸਕਸ ਕਰਦੇ ਹਾਂ, ਜਿਹੜਾ 16 ਅਕਤੂਬਰ 1670 ਦਾ ਤਰੀਕ ਵੀ ਹੈਗੀ, ਇਹਦੇ ਉੱਤੇ ਬੜੀ ਵਿਸਥਾਰ ਨਾਲ ਮਤਲਬ ਕੰਮ ਹੋਣੇ ਵਾਲਾ, ਬਹੁਤ ਗੱਲਾਂ ਹੋਣੇ ਵਾਲੀਆਂ ਹੈਗੀਆਂ, ਜਿਹੜੇ ਮੈਂ ਆਪਣੀ ਕਿਤਾਬਾਂ ਇੱਥੇ ਡਿਸਕਸ ਨਹੀਂ ਕਰਾਂਗਾ, ਆਪਣੇ ਕਬਜ਼ ਕੀਤਾ ਹੈਗਾ। 16 ਅਕਤੂਬਰ 1670 ਕਿੱਥੋਂ ਆਈ ਡੇਟ ਇਹਦੀ ਬੈਕਗਰਾਊਂਡ ਕੀ ਹੈਗੀ। ਔਰ ਜਾਣੀ ਜੇ ਚਲੋ ਜਾਣੀ ਅਸੀਂ ਜਿਹੜਾ ਉਹਦਾ ਲਾਈਫ ਸਪੈਨ ਹੈਗਾ ਦੋ ਹਿੱਸਿਆਂ 'ਚ, ਆਪਣਾ 3 ਹਿੱਸਿਆਂ 'ਚ ਵੰਡਿਆ, 2 ਤਾਂ ਮੇਨ ਹੀ ਹੈਗੇ ਵੀ ਗੁਰੂ ਗੋਬਿੰਦ ਸਿੰਘ ਨੂੰ ਜਦੋਂ ਮਿਲੇ 3 ਅਕਤੂਬਰ 3 ਸਤੰਬਰ। ਪਹਿਲਾਂ ਸ਼ੁਰੂਆਤੀ ਦੱਸੋ ਸਾਨੂੰ ਕਿ ਰਜੌਰੀ 'ਚ ਪੈਦਾ ਹੋਏ, ਕਿਸ ਤਰ੍ਹਾਂ ਦਾ ਪਰਿਵਾਰ ਸੀ, ਔਰ ਜਿਹੜੀ ਜੇ ਰਜੌੜੀ 'ਚ ਜਿਹੜੀ ਪੈਦਾਇਸ਼ ਦੀ ਵੀ ਗੱਲ ਹੈਗੀ, ਉਹਦੇ ਉੱਤੇ ਵੀ ਬਹੁਤ ਜ਼ਿਆਦਾ ਵੇਰੀਏਸ਼ਨ ਹੈਗੀ ਜੀ। ਅੱਛਾ ਜੀ। ਈਵਨ ਜਿਹੜੀ ਇਹਨਾਂ ਦੀ ਹੁਣ ਇਸ ਵਾਰ ਗੱਦੀ ਨਸ਼ੀਨ ਹੈਗੇ ਜਤਿੰਦਰਪਾਲ ਸਿੰਘ ਸੋਢੀ, ਉਹਨਾਂ ਦੀ ਮਦਰ ਦੀ ਇੱਕ ਜੋਗਿੰਦਰ ਕੌਰ ਦੀ ਕਿਤਾਬ ਹੈਗੀ, ਉਹਨਾਂ ਨੇ ਇੱਕ ਜੋਰੋ ਦਾ ਗੜ੍ਹ ਲਿਖੀ ਗਈ ਜਗ੍ਹਾ, ਯਾਨੀ ਇਹਨੇ ਕਈ ਬੰਦੇ ਇਹਨੇ ਪੰਡੋਰੀ ਲਿਖੀ ਹੈਗੀ ਜਗ੍ਹਾ, ਕਈਆਂ ਨੇ ਜਿਹੜੇ ਇੰਗਲਿਸ਼ ਰਾਈਟਰ ਹੈਗੇ ਉਹਨਾਂ ਨੇ ਦੱਖਣ ਲਿਖੀ ਹੈਗੀ। ਪਰ ਜਿਹੜਾ ਹੁਣ ਇਸ ਵਕਤ ਮੈਂ ਰਜੌੜੀ ਜਿਹੜਾ ਹੁਣ ਲੇਟੈਸਟ ਜਾ ਕੇ ਆਇਆ ਹੈਗਾ, ਉਹਦਾ ਇਹੀ ਸਟੈਬਲਿਸ਼ ਹੋਇਆ ਹੈਗਾ, ਉਹਨਾਂ ਦਾ ਨਾਮ ਰਜੌੜੀ। ਇੱਕ ਉੱਥੇ ਪਿੰਡ ਹੈਗਾ ਗੁਰਦਨ ਪਾਈਨ, ਦਸਲ ਪਹਾੜੀ ਦੇ ਤਾਂ ਗੁਰਦਨ ਪਾਈਨ ਕੋਲ ਇੱਕ ਡੱਡ ਵਾਲੀ ਬੌਲੀ ਹੈਗੀ, ਉਹਨੂੰ ਸਟੈਬਲਿਸ਼, ਉਹਦੇ ਉੱਤੇ ਇੱਕ ਜਸਵੀਰ ਸਿੰਘ ਸਰਨਾ ਹੈਗੇ ਜੰਮੂ ਐਂਡ ਕਸ਼ਮੀਰ ਯੂਨੀਵਰਸਿਟੀ ਦੇ, ਉਹਨਾਂ ਨੇ ਕੰਮ ਕੀਤਾ। ਉਹ ਜਿਹੜਾ ਕੇਸ ਬਣਾ ਕੇ ਉਹਨਾਂ ਨੇ ਇਸ ਵਕਤ SGPC ਕੋ ਪੈਂਡਿੰਗ ਪਿਆ। ਔਰ ਮੈਂ ਕਹਿਣਾ ਚਾਹਾਂਗਾ ਇਹਨੂੰ ਪੈਂਡਿੰਗ ਨੂੰ ਆਲਮੋਸਟ 1.5 ਸਾਲ 2 ਸਾਲ ਹੋ ਗਏ, ਡਿਸੀਜ਼ਨ ਨਹੀਂ ਲੱਤਾ ਗਿਆ ਹੈਗਾ ਜੀ। ਪਰ ਜਿਹੜੀ ਹੁਣ ਇਸ ਵਕਤ ਇਫੈਕਟ ਹੈਗਾ, ਜਿਹਨੂੰ ਮੈਂ ਲੈ ਕੇ ਚੱਲਿਆ ਹੈਗਾ, ਮੈਂ ਰਜੌੜੀ ਲੈ ਕੇ ਚੱਲਿਆ ਹੈਗਾ ਵੀ ਉਹਨਾਂ ਦਾ ਰਜੌੜੀ ਹੋਇਆ ਸੀ। Tasty. Did you change the recipe? No, the only thing I've changed is the place where I shop. ਟਰਾਂਸਪੋਰਟ ਦੀ ਦੁਨੀਆ ਦੇ ਵਿੱਚ ਵੱਖਰੀ ਮਿਸਾਲ ਪੈਦਾ ਕੀਤੀ ਹੈ ਚਾਰਜਰ ਲੌਜਿਸਟਿਕ ਨੇ। ਨਵੇਂ ਟਰੱਕ ਅਤੇ ਟ੍ਰੇਲਰ ਨਾਰਥ ਅਮਰੀਕਾ ਵਿੱਚ 18 ਤੋਂ ਵੀ ਵੱਧ ਲੋਕੇਸ਼ਨ ਤੋਂ ਚੱਲਦੇ ਹਨ। ਵਿਦਨ ਕੈਨੇਡਾ ਟੂ USA, ਵਿਦਨ USA, ਡੈਡੀਕੇਟ ਲੇਨਸ ਸਾਰਾ ਸਾਲ ਚੱਲਦੀਆਂ ਹਨ। ਮਰਜ਼ੀ ਦੀ ਡਿਸਪੈਚ ਤੇ ਮਰਜ਼ੀ ਦੇ ਮਾਈਲ ਮਿਲਦੇ ਹਨ, ਉਹ ਵੀ ਬੈਸਟ ਰੇਟ ਤੇ। ਇਹਨਾਂ ਵੱਲੋਂ ਡਰਾਈਵਰ ਅਤੇ ਓਨਰ ਆਪਰੇਟਰ ਹਾਇਰ ਕੀਤੇ ਜਾ ਰਹੇ ਹਨ। ਓਨਰ ਆਪਰੇਟਰ ਟਰੱਕਾਂ ਦੀ ਸਰਵਿਸ ਇਹਨਾਂ ਦੇ ਗਰਾਜ ਦੇ ਵਿੱਚ ਹੀ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ ਚਾਰਜਰ ਲੌਜਿਸਟਿਕ ਦੇ ਨਾਲ। ਇੰਡੀਆ ਬਾਜ਼ਾਰ 1974 ਤੋਂ ਆਪਣੀ ਕਮਿਊਨਿਟੀ ਦਾ ਬਾਕਮਾਲ ਤੇ ਕਾਮਯਾਬ ਗਰੋਸਰੀ ਬਾਜ਼ਾਰ, ਜਿੱਥੋਂ ਤੁਸੀਂ ਕੈਨੇਡੀਅਨ ਜਾਂ ਇੰਡੀਅਨ ਗਰੋਸਰੀ, ਤਾਜ਼ੇ ਫਲ ਫਰੂਟ, ਹਰੀਆਂ ਸਬਜ਼ੀਆਂ ਤੇ ਨਾਨ ਵੈਜ ਆਈਟਮਸ ਵੀ ਲੈ ਸਕਦੇ ਹੋ। ਇੰਨਾ ਹੀ ਨਹੀਂ, ਇੰਡੀਆ ਬਾਜ਼ਾਰ ਵਿੱਚ ਬੈਠ ਕੇ ਖਾਣ ਦਾ ਅਤੇ ਟੇਕ ਆਊਟ ਦਾ ਵੀ ਪੂਰਾ ਪ੍ਰਬੰਧ ਕੀਤਾ ਹੋਇਆ ਹੈ। 2 locations to serve you: 10405 Kennedy Road North, Brampton, and 2645 Islington Avenue, Etobicoke. 9058401116. India Bazaar, always fresh. ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਬਨ ਰੋਡ ਬਰੈਂਪਟਨ ਵਿੱਚ ਭਾਰਤੀ ਗਰੋਸਰੀ ਦਾ ਭੰਡਾਰ ਇੰਡੀਅਨ ਪੰਜਾਬੀ ਬਾਜ਼ਾਰ, ਜਿੱਥੇ ਤਾਜ਼ੇ ਫਲ ਤੇ ਸਬਜ਼ੀਆਂ, ਦਾਲਾਂ, ਮਸਾਲੇ ਤੇ ਆਟਾ, ਗੱਲ ਕੀ ਤੁਹਾਡੀ ਗਰੋਸਰੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ। ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ, ਚਿਕਨ ਤੇ ਗੋਟ ਮੀਟ ਵੀ ਖਰੀਦ ਸਕਦੇ ਹੋ। ਇੰਨਾ ਹੀ ਨਹੀਂ, ਮਠਿਆਈਆਂ ਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ। ਭਾਰਤੀ ਗਰੋਸਰੀ, ਮੀਟ ਅਤੇ ਮਠਿਆਈਆਂ ਲਿਸਟਾਂ ਦਾ ਇੱਕ ਨਾਂ ਯਾਦ ਰੱਖੋ, ਇੰਡੀਅਨ ਪੰਜਾਬੀ ਬਾਜ਼ਾਰ। ਹੋਮ ਲਾਈਫ ਲਿਬਰਟੀ ਹੁਣ ਐਂਗਸ ਦੇ ਵਿੱਚ ਖੁੱਲਣ ਜਾ ਰਿਹਾ ਹੈ ਨਵਾਂ ਪਲਾਜ਼ਾ। ਬਰੈਂਪਟਨ ਤੋਂ 45 ਮਿੰਟ ਅਤੇ ਬੈਰੀ ਤੋਂ ਸਿਰਫ 10 ਮਿੰਟ ਦੀ ਦੂਰੀ ਤੇ। ਜੇ ਬਰਾਰ, ਬ੍ਰੋਕਰ ਆਫ ਰੈਕਡ, ਇਹ ਪਲਾਜ਼ਾ ਅਗਲੇ ਸਾਲ ਸਮਰ ਵਿੱਚ ਬਣ ਕੇ ਤਿਆਰ ਹੋ ਜਾਏਗਾ। Exclusive units available ਹਨ, convenience stores, restaurants, pizza store, beauty saloon ਅਤੇ ਹੋਰ businesses। 4163012650 416 301 2650। ਔਰ ਸਾਡੀ ਗੱਲਬਾਤ ਹੋ ਰਹੀ ਹੈ ਸਰਦਾਰ ਮੋਹਨ ਸਿੰਘ ਹੋਰਾਂ ਨਾਲ, ਮੋਹਨ ਸਿੰਘ ਭੰਗੂ, ਜਿਨ੍ਹਾਂ ਨੇ ਬੜੀ ਵਿਸਥਾਰ ਦੇ ਵਿੱਚ ਕਿਤਾਬ ਲਿਖੀ ਹੈ ਸਿੰਘ ਸੂਰਮਾ ਬੰਦਾ ਸਿੰਘ ਬਹਾਦਰ। ਉਹਦੇ ਬਾਰੇ ਅਸੀਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਇਹਨਾਂ ਦੇ ਮਨ ਵਿੱਚ ਆਇਆ
ਕਿ ਇਸ ਸ਼ਖਸੀਅਤ ਉੱਤੇ ਕਿਤਾਬ ਲਿਖੀ ਜਾਵੇ, ਰਿਸਰਚ ਕੀਤੀ ਜਾਵੇ, ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਇਹਨਾਂ ਨੇ ਸਟੱਡੀ ਕੀਤੀ, ਜਿਉਂ-ਜਿਉਂ ਇਹਨਾਂ ਨੂੰ ਉਹਨਾਂ ਦੀ ਸ਼ਖਸੀਅਤ ਬਾਰੇ ਹੋਰ ਪਹਿਲੂ ਸਾਹਮਣੇ ਆਏ, ਜਾਣਕਾਰੀ ਮਿਲੀ, ਤਿਉਂ-ਤਿਉਂ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹੈਰਾਨਗੀ ਹੁੰਦੀ ਗਈ ਕਿ ਉਹਨਾਂ ਬਾਰੇ ਬਹੁਤ ਕੁਝ ਐਸਾ ਲਿਖਿਆ ਗਿਆ ਹੈ ਜੋ ਸੱਚ ਨਹੀਂ ਹੈ। ਤਾਂ ਲਿਖਣ ਵਾਲਿਆਂ ਨੇ ਜਾਂ ਤਾਂ ਖੇਚਲ ਨਹੀਂ ਕੀਤੀ ਜਾਂ ਪ੍ਰੋਪਰ ਸਟੱਡੀ ਨਹੀਂ ਕੀਤੀ, ਪਰ ਐਡੇ ਵੱਡੇ ਇਨਸਾਨ ਦੇ ਨਾਲ, ਐਡੀ ਵੱਡੀ ਸ਼ਖਸੀਅਤ ਦੇ ਨਾਲ ਇਹ ਜਿਹੜੀ ਬੇਇਨਸਾਫੀ ਹੁੰਦੀ ਰਹੀ ਹੁਣ ਤੱਕ, ਉਸ ਨੂੰ ਦਰੁਸਤ ਕਰਨ ਦੇ ਲਈ ਇਹਨਾਂ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਹੈ। ਤੁਸੀਂ ਦੱਸ ਰਹੇ ਸੀਗੇ ਕਿ ਉੱਥੋਂ ਪੈਦਾ ਹੋਏ, ਉਹਦੇ ਬਾਰੇ ਵੀ ਥੋੜੀ ਜਿਹੀ ਕੰਟਰੋਵਰਸੀ ਹੈ, ਲੇਕਿਨ ਉਸ ਤੋਂ ਅਗਲੇ ਜੀਵਨ ਬਾਰੇ ਦੱਸੋ ਥੋੜਾ। ਜਿਹੜੀ ਮੈਂ ਇੱਥੇ ਇੱਕ ਐਡ ਕਰਨਾ ਚਾਹਾਂਗਾ ਵੀ ਕਿ ਇਹੋ ਜਿਹਾ ਕਰੈਕਟਰ ਹੈਗਾ ਜੀ ਜਿਹਦੇ ਤੇ ਸਬਸਟੈਂਸ਼ੀਅਲ ਜਿਹੜੀ ਡਾਟਾ ਹੈਗਾ ਨਹੀਂ ਉਹ ਨਹੀਂ ਇਕੱਠਾ ਕਰਿਆ ਗਿਆ ਹਰ ਜਗ੍ਹਾ ਹੀ, ਮਤਲਬ ਤੁਹਾਨੂੰ ਸ਼ੰਕੇ ਹੈਗੇ। ਈਵਨ ਜਿਹੜੀ ਆਪਾਂ ਲੈ ਕੇ ਚੱਲਦੇ ਹਾਂ ਢਾਡੀ ਨੱਥਮਲ ਦੀ ਜਿਹੜੀ ਰਚਨਾ ਹੈਗੀ 1708 ਦੀ ਅਮਰਨਾਮਾ, ਉਹਨੂੰ ਰੈਫਰੈਂਸ ਲੈ ਕੇ ਚੱਲਦੇ ਹਾਂ। ਗੁਰੂ ਗੋਬਿੰਦ ਸਿੰਘ ਨੂੰ ਉਹਨੇ ਲਿਖਿਆ 3 ਸਤੰਬਰ 1708। 3 ਸਤੰਬਰ 1708 ਤੋਂ ਬਾਅਦ ਦਾ ਜਿਹੜਾ ਲਾਈਫ ਹੈਗੀ 4 ਸਤੰਬਰ 1708 ਨੂੰ ਇਹਨਾਂ ਨੇ ਅੰਮ੍ਰਿਤ ਛਕਿਆ। ਉਸ ਤੋਂ ਬਾਅਦ ਕੀ ਇਹ ਗੁਰੂ ਗੋਬਿੰਦ ਸਿੰਘ ਉਹਨਾਂ ਦੀ ਸ਼ਹਾਦਤ ਤੋਂ ਪਹਿਲਾਂ ਚੱਲੇ ਬਾਅਦ ਚੱਲੇ, ਜਿਹੜੀ ਬੜੇ ਕੰਟਰੋਵਰਸੀਅਲ ਗੱਲਾਂ ਹੈਗੀਆਂ। ਪਰ ਆਪਾਂ ਜਿਹੜਾ ਮੈਂ ਲੈ ਕੇ ਚੱਲਿਆ ਆਪਣੇ ਕੰਮ ਦੇ ਵਿੱਚ, ਮੈਂ ਲੈ ਕੇ ਚੱਲਿਆ ਵੀ ਉਹ 5 ਅਕਤੂਬਰ ਨੂੰ ਗੁਰੂ ਗੋਬਿੰਦ ਸਿੰਘ ਉਹਨਾਂ ਦੀ ਸ਼ਹਾਦਤ ਤੋਂ ਇੱਕ ਦਿਨ ਪਹਿਲਾਂ ਚੱਲੇ ਹੈਗੇ। ਅੱਛਾ, ਉਹ ਸ਼ਹਾਦਤ ਗੁਰੂ ਸਾਹਿਬ ਦੀ ਇਹਨਾਂ ਦੇ ਉੱਥੋਂ ਚੱਲਣ ਤੋਂ ਬਾਅਦ ਹੋਈ ਹੈ। ਜਿਹੜੀ ਮਤਲਬ ਜਿਹੜੀ ਡੈਥ ਹੋਈ ਹੈ ਉਹਨਾਂ ਦੀ ਨਾ, ਉਸ ਤੋਂ ਇਹਨਾਂ ਚੱਲਣ ਤੋਂ ਬਾਅਦ ਹੋਈ। ਪਰ ਇਹਦੇ ਉੱਤੇ ਵੀ ਬੜੀ ਕੰਟਰੋਵਰਸੀ ਹੈਗੀ ਵੀ ਪਹਿਲਾਂ ਚੱਲੇ ਕਿ ਬਾਅਦ 'ਚ ਚੱਲੇ ਔਰ ਉਸੇ ਦਿਨ ਚੱਲੇ ਜੀ। ਇਸ ਕਰਕੇ ਚਲੋ ਜਿਹੜਾ ਮੈਂ ਲੈ ਕੇ ਚੱਲਿਆ। ਉਸ ਤੋਂ ਬਾਅਦ ਜਿਹੜੀ ਇਹਨਾਂ ਦੇ ਨਾਲ ਜਿਹੜੀ ਸਭ ਤੋਂ ਵੱਡੀ ਟ੍ਰੈਜਡੀ ਮਤਲਬ ਮੈਂ ਕਹਾਂਗਾ ਇਸ ਪਰਸਨੈਲਿਟੀ ਨਾਲ ਹੋਈ, ਉਸ ਟਾਈਮ ਹੀ ਜਦੋਂ ਗੁਰੂ ਗੋਬਿੰਦ ਸਿੰਘ ਨੇ ਇਹਨਾਂ ਨੂੰ ਸ਼ਾਸਤਰ ਹੈਂਡਓਵਰ ਕਰੇ, ਉਸ ਟਾਈਮ ਕੁਝ ਬੰਦੇ ਨੇ ਆਬਜੈਕਟ ਕਰ ਦਿੱਤਾ ਸੀ। ਜਿਹੜਾ ਉਹ ਧੜਾ ਸੀ ਬੇਸਿਕਲੀ ਉਹਨੇ ਉਸ ਜਿਹੜੀ ਆਪਸੀ ਮੈਂ ਕਹਾਂਗਾ ਵੀ ਜਿਹੜੀ ਬੰਦਾ ਸਿੰਘ ਬਹਾਦਰ ਦੀ ਪਰਸਨੈਲਿਟੀ ਦੇ ਉੱਤੇ ਇੱਕ ਕਿਸਮ ਦਾ ਦੂਸਰੀ ਧਿਰ ਦਾ ਜ਼ੋਰ ਪੈਣਾ ਸ਼ੁਰੂ ਹੋ ਗਿਆ। ਉਦਣ ਤੋਂ ਹੀ ਸ਼ੁਰੂ ਹੋ ਗਿਆ ਜਿਸ ਦਿਨ ਗੁਰੂ ਗੋਬਿੰਦ ਸਿੰਘ ਨੇ ਇਹਨਾਂ ਨੂੰ ਸ਼ਾਸਤਰ ਦਿੱਤੇ। ਉਹਦੇ ਵਿੱਚ ਜਿਹੜੀ ਇੱਕ ਧੜਾ ਸੀ ਜਿਹੜੇ ਮਤਲਬ ਉਹਨਾਂ ਦੀ ਆਪਣੀ ਈਗੋ ਕਹਿ ਲਓ, ਉਹਨਾਂ ਨੇ ਮੈਂ ਕਹਾਂਗਾ ਬਈ ਜਿਹੜੇ ਵਿਨੋਦ ਸਿੰਘ, ਕਾਹਨ ਸਿੰਘ ਹੋਣੀ, ਜਿਹੜਾ ਧੜਾ ਜਿਹਦੇ ਬਾਅਦ ਦੇ ਵਿੱਚ ਬਾਦਸ਼ਾਹ ਫਰਕ ਸ਼ੇਰ ਨੇ ਵੀ ਯੂਜ਼ ਕੀਤੇ, ਬਹਾਦਰ ਸ਼ਾਹ ਨੇ ਯੂਜ਼ ਕੀਤਾ ਉਹਨਾਂ ਨੂੰ ਬਾਅਦ ਦੇ ਵਿੱਚ ਸਪਰੇਟ ਕਰਨ ਦੇ ਵਿੱਚ। ਜਾਣੀ ਉਹ ਧੜਾ ਉੱਥੇ ਤੋਂ ਹੀ ਉਹਦਾ ਵਿਰੋਧੀ ਸੀ, ਪਰ ਉਹ ਨਾਲ ਆਏ ਸੀ। ਗੁਰੂ ਗੋਬਿੰਦ ਸਿੰਘ ਜਿਹੜੇ ਬੰਦੇ ਭੇਜੇ ਸੀ ਉਹ ਨਾਲ ਸੀ ਮਤਲਬ ਜੀ। ਅੱਛਾ, ਪਹਿਲਾਂ ਸਾਨੂੰ ਇਹ ਦੱਸੋ, ਜਿਹੜਾ ਵੱਡਾ ਸਵਾਲ ਹੈ ਕਿ ਗੁਰੂ ਸਾਹਿਬ ਦੇ ਸੰਪਰਕ 'ਚ ਕਿਵੇਂ ਆਏ, ਉਹ ਜਾਣਕਾਰੀ ਦਿਓ ਪਹਿਲਾਂ ਸਾਨੂੰ। ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਿਹੜਾ ਇਹਦਾ ਸੰਪਰਕ ਕਰਦਾ, ਇਹਦੇ ਵਿੱਚ 2 ਐਸਪੈਕਟ ਹੈਗੇ ਜੀ। ਵੀ ਇੱਕ ਤਾਂ ਐਸਪੈਕਟ ਹੈਗਾ ਵੀ ਗੁਰੂ ਗੋਬਿੰਦ ਸਿੰਘ ਇਹਨਾਂ ਨੂੰ ਪਹਿਲਾਂ ਜਾਣਦੇ ਸੀ, ਇਹਨਾਂ ਦੀ ਜਾਣ ਪਛਾਣ ਪਹਿਲਾਂ ਸੀ। ਉਹਦੇ ਉੱਤੇ 6-7 ਰਾਈਟਰਾਂ ਨੇ ਕੰਮ ਕੀਤਾ, ਉਹਨਾਂ ਨੇ ਲਿਖਿਆ ਹੋਇਆ ਹੈਗਾ। ਪਰ ਨੋਰਮਲੀ ਜਿਹੜੀ ਜੇ ਅਸੀਂ ਲੈ ਕੇ ਚੱਲਦੇ ਹਾਂ ਪਹਿਲਾਂ ਜਾਣ ਸੀ ਵੀ ਜਿਹੜੀ ਜਾਣ ਬਟਾਲਵੀ ਵਗੈਰਾ ਦੀ ਇਨਫੋਰਮੇਸ਼ਨ ਹੈਗੀ, ਹਮੇਸ਼ਾ ਬਟਾਲਵੀ ਦੀ ਉਹ ਸਾਰੀ ਇਹਦੇ ਉੱਤੇ ਜਿਹੜੀ ਹਰ ਪਹਿਲੂ ਦੇ ਉੱਤੇ ਬਹੁਤ ਕੰਟਰੋਵਰਸੀ ਹੈਗੀ, ਬਹੁਤ ਜ਼ਿਆਦਾ ਹੈਗੀ। ਪਰ ਚਲੋ ਜਿਹੜੀ ਹੁਣ ਨੋਰਮਲ ਇਹੀ ਕਨਵੈਨਸ਼ਨ ਹੈਗੀ ਵੀ ਗੁਰੂ ਗੋਬਿੰਦ ਸਿੰਘ ਨੂੰ ਨੰਦੇੜ ਮਿਲੇ। ਅਦਰਵਾਈਜ਼ ਕੁਛ ਰਾਈਟਰਸ ਹੈਗੇ ਜਿਹੜੇ ਇਸ ਮੰਨਣ ਨੂੰ ਤਿਆਰ ਨਹੀਂ। ਬਸ ਬਹੁਤ ਰਾਈਟਰ ਹੈਗੇ ਜਿਹੜੇ ਇਸ ਐਂਗਲ ਤੋਂ ਹੈਗੇ ਵੀ ਇਹ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਠੀਕ। ਕੁਛ ਰਾਈਟਰ ਇਹ ਵੀ ਕਹਿੰਦੇ ਆ ਬੰਦਾ ਸਿੰਘ ਬਹਾਦਰ ਇੱਥੇ ਤੋਂ ਪੰਜਾਬ ਤੇ ਉਹਨਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਨਾਲ ਗਏ ਸੀ, ਇਹ ਵੀ ਮਤਲਬ ਹੈਗਾ। ਪਰ ਜਿਹੜੀ ਅਲਟੀਮੇਟਲੀ ਜਿਹੜਾ ਹੁਣ ਡਿਸੀਜਨ ਹੈਗਾ ਜਾਂ ਜਿਹੜੀ ਨੋਰਮਲੀ ਐਕਸੈਪਟਡ ਫਾਰਮ ਹੈਗੀ ਇਹੀ ਹੈਗੀ ਬਈ ਜਿਹੜਾ ਤੁਹਾਡੀ ਗੱਲ ਹੈਗੀ, ਇਹਨੂੰ ਗੱਲ ਕਰਨੀ ਬੜੀ ਲੰਮੀ ਚੌੜਾ ਟੌਪਿਕ ਹੈਗਾ ਵੀ ਕੀ ਬੰਦਾ ਸਿੰਘ ਬਹਾਦਰ ਦੀ ਗੁਰੂ ਗੋਬਿੰਦ ਸਿੰਘ ਨਾਲ ਪਹਿਲਾਂ ਜਾਣ ਪਛਾਣ ਸੀ ਜਾਂ ਜੇ ਨਹੀਂ ਸੀ, ਜੇ ਸੀ ਤਾਂ ਕਿੱਥੇ ਸੀ, ਜੇ ਸੀ ਤਾਂ ਜਿਹੜੀ ਫਿਰ ਈਵਨ ਜਿਹੜਾ ਅੰਮ੍ਰਿਤ ਵੀ ਛਕਿਆ ਹੈਗਾ। ਜੇ ਤੁਸੀਂ ਦੇਖੋ ਇੱਕ 1710 ਦੀ ਕਿਤਾਬ ਲਿਖੀ ਹੈਗੀ, ਸੈਨਾਪਤੀ ਦੀ ਕਿਤਾਬ ਹੈ ਗੁਰਸੋਭਾ, ਉਹ 1710 ਦੀ। ਔਰ ਗੁਰੂ ਗੋਬਿੰਦ ਸਿੰਘ ਦੇ ਬੜੇ ਨੇੜੇ ਕਵੀ ਸੀ, ਪਰ ਉਹਨਾਂ ਨੇ ਅੰਮ੍ਰਿਤ ਛਕਣ ਦੀ ਉਹਦੇ ਵਿੱਚ ਇਨਫੋਰਮੇਸ਼ਨ ਨਹੀਂ ਲਿਖੀ ਹੈਗੀ। 1700 ਉਹ ਨੰਦੇੜ ਲਿਖੀ ਗਈ ਸੀ, ਠੀਕ ਹੈ। ਪਰ ਉਹ ਕਿਉਂ ਨਹੀਂ ਲਿਖੀ ਹੈਗੀ, ਉਹ ਇਸ ਬੜੇ ਸਾਨੂੰ ਡਾਊਟ ਕਰਦੀ ਹੈ ਵੀ ਅੰਮ੍ਰਿਤ ਹੋ ਸਕਦਾ। ਇਹਦੀ ਵੀ ਇਨਫੋਰਮੇਸ਼ਨ ਹੈ ਕਿ ਜਿਕਣ ਕਈ ਬੰਦਿਆਂ ਨੇ ਕੰਮ ਕੀਤਾ ਵੀ ਇਹਨਾਂ ਨੇ ਪਹਿਲਾਂ ਦੇਹਰਾਦੂਨ ਦੇ ਕੋਲ 1695 ਵਿੱਚ ਮਿਲੇ ਸੀ, ਪਰ ਇਹ ਵੀ ਹੈਗਾ ਵੀ 1695 'ਚ ਉੱਥੇ ਅੰਮ੍ਰਿਤ ਛਕਿਆ ਪਿਆ ਹੋਵੇ ਜੀ। ਸੋ ਅਗਰ ਗੱਲ ਮੰਨੀਏ ਸਰਦਾਰ ਮੋਹਨ ਸਿੰਘ ਹੋਰਾਂ ਦੀ, ਤੇ ਇੱਥੋਂ ਗੱਲ ਸਾਬਤ ਹੋ ਰਹੀ ਹੈ ਕਿ ਕੋਈ ਬਹੁਤੀ ਪੁਰਾਣੀ ਗੱਲ ਨਹੀਂ, ਕੋਈ ਬਹੁਤ ਸਦੀਆਂ ਪੁਰਾਣੀ ਗੱਲ ਨਹੀਂ। 350 ਸਾਲ ਪਹਿਲਾਂ ਉਹਨਾਂ ਦਾ ਜਨਮ ਹੁੰਦਾ ਹੈ ਔਰ 46 ਸਾਲ ਦੀ ਪੂਰੀ ਉਮਰ ਭੋਗ ਕੇ ਉਹ ਰੁਖਸਤ ਹੋ ਜਾਂਦੇ, ਇਸ ਦੁਨੀਆ ਤੋਂ ਵਿਦਾ ਹੁੰਦੇ ਆ। ਉਹਦੇ ਵਿੱਚ ਇੰਨਾ ਕੁਝ ਕਰ ਗਏ ਆ ਸਰਦਾਰ ਬੰਦਾ ਸਿੰਘ ਬਹਾਦਰ, ਇੰਨਾ ਕੁਝ ਕਰ ਗਏ ਆ। ਵੱਡੇ ਵੱਡੇ ਤਖਤ ਜਿਹੜੇ ਉਸ ਵੇਲੇ ਦੇ ਸੀਗੇ ਉਹਨਾਂ ਨੂੰ ਉਹਨਾਂ ਨੇ ਹਿਲਾ ਦਿੱਤਾ। ਪਰ ਕਿਵੇਂ ਉਹਨਾਂ ਕੋਲ ਕਿੱਥੋਂ ਇਹ ਤਾਕਤ ਆਈ, ਕਿੱਥੋਂ ਇਹ ਸਮਰੱਥਾ ਆਈ, ਇਹ ਆਪਣੇ ਆਪ 'ਚ ਇੱਕ ਬੜਾ ਅਨੂਠਾ ਸਵਾਲ ਹੈ। ਅੱਜ ਕੱਲ੍ਹ ਕਿਸਾਨ ਜਿਹੜੇ ਸਾਡੇ ਸੰਘਰਸ਼ ਕਰ ਰਹੇ ਆ ਪੰਜਾਬ ਦੇ ਵਿੱਚ, ਵਾਰ-ਵਾਰ ਇੱਕ ਗੱਲ ਆ ਰਹੀ ਹੈ ਕਿ ਜਿਹੜੀ ਜ਼ਮੀਨ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀ ਹੈ, ਇਹ ਸਾਡੀਆਂ ਉਹ ਜ਼ਮੀਨਾਂ ਉਸ ਵੇਲੇ ਦੀਆਂ। ਤਾਂ ਇਹਦਾ ਮਤਲਬ ਉਹ ਜ਼ਮੀਨਾਂ ਵੀ ਅਲਾਟ ਕਰਕੇ ਗਏ ਹੈ, ਪਤਾ ਨਹੀਂ ਕੀ ਕੁਝ ਕਰਕੇ ਗਏ ਆ ਉਹ ਆਪਣੇ ਸਾਰੇ ਜੀਵਨ ਕਾਲ ਦੇ ਵਿੱਚ।
ਔਰ ਕਦੋਂ ਗੁਰੂ ਸਾਹਿਬ ਨੂੰ ਮਿਲੇ, ਕਦੋਂ ਪੰਜਾਬ ਆਏ, ਕਦੋਂ ਉਹਨਾਂ ਨੇ ਆ ਕੇ ਇੱਥੇ ਸੰਘਰਸ਼ ਕੀਤਾ, ਕਦੋਂ ਉਹਨਾਂ ਦੀ ਮੌਤ ਹੋਈ, ਇੰਨੇ ਥੋੜ੍ਹੇ ਸਮੇਂ ਦੇ ਵਿੱਚ ਕਿੰਨਾ ਕੁਝ ਵਾਪਰਿਆ, ਅਸੀਂ ਅੱਜ ਦੀ ਇਸ ਇੰਟਰਵਿਊ 'ਚ ਸਾਰਾ ਕੁਝ ਤਾਂ ਕਵਰ ਨਹੀਂ ਕਰ ਸਕਦੇ, ਪਰ ਅਗਲੇ ਹਿੱਸੇ 'ਚ ਇਹਦੇ ਬਾਰੇ ਕਰਾਂਗੇ ਗੱਲਬਾਤ। ਤੁਸੀਂ ਜਾਣਾ ਨਹੀਂ, ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ। ਜੋਸ਼ੀ ਲਾਅ ਆਫਿਸ ਇੱਕ ਭਰੋਸੇਯੋਗ ਲਾਅ ਫਰਮ ਜਿੱਥੇ ਤੁਹਾਡੀ ਕਾਨੂੰਨੀ ਹਰੇਕ ਤਰ੍ਹਾਂ ਦੀ ਸਮੱਸਿਆ ਨੂੰ ਦੂਰ ਕੀਤਾ ਜਾਂਦਾ ਹੈ। ਬਿਜ਼ਨਸ ਲਾਅ, ਰੀਅਲ ਏਸਟੇਟ ਲਾਅ, ਇਮੀਗ੍ਰੇਸ਼ਨ, ਨੋਟਰੀ ਪੇਪਰਵਰਕ, ਐਫੀਡੇਵਿਟ ਤੋਂ ਇਲਾਵਾ ਵਸੀਅਤ ਦੇ ਪੇਪਰਾਂ ਦਾ ਕੰਮ ਵੀ ਜੋਸ਼ੀ ਲਾਅ ਆਫਿਸ ਵਿੱਚ ਕੀਤਾ ਜਾਂਦਾ ਹੈ। ਫੋਨ ਨੰਬਰ 416 213 8600 ਅਤੇ ਐਡਰੈਸ 6921 ਸਟੀਲਜ਼ ਐਵੀਨਿਊ ਵੈਸਟ, ਯੂਨਿਟ ਨੰਬਰ 11, Etobicoke, ਜੋਸ਼ੀ ਲਾਅ ਆਫਿਸ। Superfan with a super deal. Our biggest construction sale is on now. Don't pay for 90 days on all new cars over AC. Your safety is our number one priority. We have masks and gloves ready for you. We sanitize every hour. We maintain social distancing. Frontline workers receive 2% above invoice pricing on all new cars in stock. Looking for a Hyundai? I'm your guy. Book your appointment today at nabatiashyundai.com. कोई मांगे मीठा, कोई कहे नमकीन, एक बात तो पक्की है कि सब है इसके शौकीन। ये है राजधानी, राजधानी, राजधानी। राजधानी स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी हैं दीवाने। फैमिली और फ्रेंड्स के साथ आकर खाइए या फिर केटरिंग करवाइए। मिठाइयाँ ऐसी कि मजा आ जाए। ये है राजधानी, राजधानी, राजधानी। 4 locations in GTA. For info visit rajdhanisweets.ca. ਸਕਾਈਡੋਮ ਆਟੋ ਬਾਡੀ ਸੈਂਟਰ, ਜਿਨ੍ਹਾਂ ਵੱਲੋਂ ਗੱਡੀਆਂ ਦਾ ਬਾਡੀ ਵਰਕ, ਮਕੈਨੀਕਲ ਵਰਕ ਦੇ ਨਾਲ AC ਮਫਲਰ ਤੇ ਐਗਜ਼ੌਸਟ ਦਾ ਕੰਮ ਵੀ ਕਰਾ ਸਕਦੇ ਹੋ। ਗੱਡੀਆਂ ਦੀ ਅਲਾਈਨਮੈਂਟ, ਐਮਿਸ਼ਨ ਟੈਸਟ, ਨਵੇਂ ਅਤੇ ਪੁਰਾਣੇ ਟਾਇਰ ਵੀ ਪਵਾ ਸਕਦੇ ਹੋ। ਇਹਨਾਂ ਵੱਲੋਂ ਟਰੱਕਸ ਦਾ ਬਾਡੀ ਵਰਕ ਵੀ ਕੀਤਾ ਜਾਂਦਾ ਹੈ। ਇਹ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਹੀ ਡੀਲ ਕਰਦੇ ਹਨ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 9058749878। ਸਕਾਈਡੋਮ ਆਟੋ ਬਾਡੀ ਸੈਂਟਰ। ਨਾ ਵਕਤ ਕਦੇ ਰੁਕਦਾ ਹੈ ਤੇ ਨਾ ਹੀ ਜ਼ਿੰਦਗੀ ਦੀ ਦੌੜ 'ਚ ਅਕਸਰ ਵਕਤ ਹੱਥੋਂ ਨਿਕਲ ਜਾਂਦਾ ਹੈ। ਸੋਮਲ ਵਾਚਿਸ ਵਕਤ ਦੀਆਂ ਪਹਿਰੇਦਾਰ ਹਨ। ਇੰਟਰਨੈਸ਼ਨਲ ਬ੍ਰਾਂਡਡ ਵਾਚਿਸ, ਕਸਟਮਾਈਜ਼ਡ ਵਾਚਿਸ ਤੇ ਕਲੌਕ, ਭਾਵੇਂ ਸਿੰਗਲ ਪੀਸ ਹੋਵੇ ਜਾਂ ਫਿਰ ਬਲਕ, ਰਿਪੇਅਰ ਤੇ ਬੈਟਰੀਜ਼, ਆਪਣੇ ਵਕਤ ਨੂੰ ਪਕੜ ਕੇ ਰੱਖੋ ਸੋਮਲ ਵਾਚਿਸ ਦੇ ਨਾਲ, ਕਿਉਂਕਿ ਵਕਤ ਹੀ ਕਾਮਯਾਬੀ ਦਾ ਦੂਜਾ ਨਾਂ ਹੈ। ਸੋਮਲ ਵਾਚਿਸ, ਕਲੌਕਸ, ਪਾਰਟਸ ਐਂਡ ਟੂਲਸ ਸਪਲਾਈ ਲਿਮਿਟਿਡ, ਯੂਨਿਟ 48, 30 ਇੰਟਰਮੋਡਲ ਡਰਾਈਵ, ਬਰੈਂਪਟਨ। ਫੋਨ 9057902188। ਦਾ ਇਨ ਹਾਊਸ ਗੈਸਟ ਪ੍ਰੋਗਰਾਮ ਵਿੱਚ ਸਾਰੇ ਹੀ ਦਰਸ਼ਕਾਂ ਦਾ ਅਸੀਂ ਇੱਕ ਵਾਰੀ ਫੇਰ ਤੋਂ ਸਵਾਗਤ ਕਰਦੇ ਹਾਂ ਔਰ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਸਾਡੇ ਜਿਹੜੇ ਮਹਿਮਾਨ ਸਾਡੇ ਦਫ਼ਤਰ ਦੇ ਵਿੱਚ ਪ੍ਰਵਾਸੀ ਸਟੂਡੀਓ 'ਚ ਪਹੁੰਚਦੇ ਆ ਉਹਨਾਂ ਨਾਲ ਤੁਹਾਡੀਆਂ ਗੱਲਾਂ ਬਾਤਾਂ ਕਰਵਾਈਏ। ਉਹਨਾਂ ਵਿੱਚੋਂ ਅੱਜ ਸਾਡੇ ਮਹਿਮਾਨ ਸਰਦਾਰ ਮੋਹਨ ਸਿੰਘ ਭੰਗੂ, ਜਿਨ੍ਹਾਂ ਨੇ ਕਿਤਾਬਾਂ ਵੈਸੇ ਤਾਂ ਬਹੁਤ ਲਿਖੀਆਂ, ਬਾਈ ਪ੍ਰੋਫੈਸ਼ਨ ਇਹ ਇੰਜੀਨੀਅਰ ਵੀ ਨੇ, ਐਥਲੀਟ ਵੀ ਨੇ, ਮਲਟੀ ਡਿਮੈਂਸ਼ਨਲ ਪਰਸਨੈਲਿਟੀ ਨੇ, ਪਰ ਅੱਜ ਦੀ ਸਾਡੀ ਗੱਲਬਾਤ ਹੋ ਰਹੀ ਹੈ ਉਹ ਇਹਨਾਂ ਦੀ ਇੱਕ ਬੜੀ ਅਹਿਮ ਕਿਤਾਬ ਜਿਹੜੀ ਥੋੜ੍ਹਾ ਸਮਾਂ ਪਹਿਲਾਂ ਇਹਨਾਂ ਨੇ ਕੰਪਲੀਟ ਕੀਤੀ ਹੈ, ਛਪਵਾਈ ਹੈ, ਉਹ ਹੈ ਸਿੰਘ ਸੂਰਮਾ ਬੰਦਾ ਸਿੰਘ ਬਹਾਦਰ। ਅੱਜ ਬੰਦਾ ਸਿੰਘ ਬਹਾਦਰ ਹੋਰਾਂ ਦਾ 16 ਅਕਤੂਬਰ ਵਾਲੇ ਦਿਨ 350ਵਾਂ ਜਨਮ ਦਿਨ ਹੈ। ਉਸੇ ਵਿਸ਼ੇ 'ਤੇ ਅਸੀਂ ਇਹਨਾਂ ਨਾਲ ਫਿਰ ਅੱਜ ਗੱਲਬਾਤ ਕਰ ਰਹੇ ਹਾਂ। ਬਾਬਾ ਬੰਦਾ ਸਿੰਘ ਬਹਾਦਰ ਬਾਰੇ ਜਿਹੜੀ ਗੱਲ ਮੇਨ ਜਿਹੜਾ ਉਹਨਾਂ ਦਾ ਜੀਵਨ ਕਾਲ ਦੇ ਵਿੱਚ ਸਭ ਤੋਂ ਜ਼ਿਆਦਾ ਚਰਚਿਤ ਜਿਹੜਾ ਉਹਨਾਂ ਦਾ ਜੀਵਨ ਕਾਲ ਦਾ ਹਿੱਸਾ ਹੈ ਉਹ ਹੈ ਜਦੋਂ ਪੰਜਾਬ ਪਹੁੰਚਦੇ ਹੈ ਅਤੇ ਜਦੋਂ ਉਹ ਫਿਰ ਜੋ ਸਾਹਿਬਜ਼ਾਦਿਆਂ ਨਾਲ ਜ਼ਿਆਦਤੀਆਂ ਹੋਈਆਂ, ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ ਜ਼ਿਆਦਤੀਆਂ ਹੋਈਆਂ, ਉਹਦਾ ਬਦਲਾ ਲੈਂਦੇ ਆ। ਉਹ ਵਾਲਾ ਪਾਰਟ ਬੜਾ ਉਹਨਾਂ ਦਾ ਅਹਿਮ ਹੈ, ਉਹਦੇ ਬਾਰੇ ਦਿਓ ਜਾਣਕਾਰੀ। ਇਹਦੇ ਵਿੱਚ ਮੈਂ ਇੱਕ ਚੀਜ਼ ਐਡ ਕਰਨੀ ਚਾਹੁੰਦਾ। ਸਭ ਤੋਂ ਪਹਿਲਾਂ ਜੋ ਪੰਜਾਬ 'ਚ ਆਏ ਨਾ, ਖੰਡੇ ਇੱਕ ਪਿੰਡ ਹੈਗਾ ਸੇਰੀ ਖੰਡਾ, ਖੰਡੇ ਆਏ। ਖੰਡਾ ਇਸ ਵਕਤ ਵੀ ਜਾਣੀ ਮੈਂ ਖੰਡੇ ਵੀ ਮੈਂ ਉਸ ਘਰ ਦੇ ਵਿੱਚ ਰਹਿ ਕੇ ਆਇਆ ਜਿਹੜਾ ਖੰਡਾ ਵਿਰਾਗੀਆਂ ਦਾ ਘਰ ਹੈਗਾ ਜੀ। ਮਤਲਬ ਜੇ ਹੁਣ ਵੀ ਅਜਾ ਵੀ ਉਹਨਾਂ ਨੇ ਉਹ ਜਿਹੜੀ ਵਿਰਾਗੀਆਂ ਦੀ ਪੂਜਾ ਕਰਨ ਵਾਲੀ ਜਗ੍ਹਾ ਉਹਨੂੰ ਅਸਤਲ ਕਹਿੰਦੇ ਜੀ। ਅਜਾ ਵੀ ਉਹਨਾਂ ਨੇ ਅਸਤਲ ਰੱਖੀ ਵੀ ਹੈਗੀ ਜੀ। ਇਸ ਮਤਲਬ ਜਾਣੀ ਮੈਂ ਹੈਗਾ ਵੀ ਜਿਹੜੇ ਉਹਦੇ ਬੰਦਾ ਸਿੰਘ ਬਹਾਦਰ ਇੱਕ ਇਹੋ ਜਿਹਾ ਕਰੈਕਟਰ ਸੀ, ਉਹਨੇ ਕਿਸੇ ਨਾਲ ਆਪਣੇ ਸੰਬੰਧ ਖਰਾਬ ਨਹੀਂ ਕਰੇ ਜੀ।
ਔਰ ਜਦੋਂ ਫਿਰ ਖੰਡੇ ਤੋਂ ਜੇ ਉਹਨਾਂ ਦਾ ਹੁਕਮਨਾਮਾ ਇੱਕ ਖੰਡੇ ਤੋਂ ਸੰਗਤਾਂ ਨੂੰ ਲਿਖਿਆ ਹੋਇਆ ਜੀ, ਉਹ ਮਤਲਬ ਅਮਰੀਕਾ ਤਾਜ ਪਾਇਆ ਹੋਇਆ ਹੁਕਮਨਾਮਾ, ਉੱਥੇ ਤੋਂ ਇਕੱਠੇ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਬੜੀ ਜਾਣੀ ਸੂਝਵਾਨ ਕਮਾਂਡਰ ਦੇ ਨਾਲ ਪਲੈਨਿੰਗ ਕਰਕੇ ਉੱਥੋਂ ਚੱਲੇ। ਉੱਥੋਂ ਚੱਲ ਕੇ ਬੇਸਿਕਲੀ ਉਸ ਤੋਂ ਪਹਿਲਾਂ ਵੀ ਕੁਝ ਇੰਸੀਡੈਂਟ ਉਹਨਾਂ ਦੀਆਂ ਹੋਈਆਂ ਹੈਗੀਆਂ, ਪਰ ਜਿਹੜਾ ਉਹਨਾਂ ਮੇਨ ਬੇਸਿਕਲੀ ਕੰਮ ਸੀ ਉਹਨਾਂ ਨੇ ਆ ਕੇ ਸੋਨੀਪਤ ਆ ਕੇ ਮਤਲਬ ਕੰਮ ਸ਼ੁਰੂ ਕੀਤਾ। ਸੋਨੀਪਤ ਤੋਂ ਕੈਥੜ ਆਏ। ਕੈਥੜ ਵੀ ਮਤਲਬ ਬੇਸਿਕਲੀ ਇੱਕ ਮਤਲਬ ਛੋਟੀ ਜਿਹੀ ਉਹਨਾਂ ਦੇ ਬਾਰੇ ਜਿਹੜਾ ਮੇਨ ਉਹਦਾ ਜਾਣੀ ਸਭ ਤੋਂ ਬੜੀ ਉਹਦੀ ਸਟ੍ਰੈਟਜੀ ਵਾਰ ਸਟ੍ਰੈਟਜੀ ਇਹ ਸੀ ਵੀ ਮੇਨ ਉਹਦਾ ਟਾਰਗੇਟ ਵਜ਼ੀਰ ਖਾਨ ਸੀ ਜੀ, ਜਿਹੜਾ ਸਰਹੰਦ ਦਾ ਫੌਜਦਾਰ ਸੀ। ਉਹਨਾਂ ਨੇ ਫਿਰ ਕਿੱਥੋਂ ਇਹ ਫੌਜ ਇਕੱਠੀ ਕੀਤੀ, ਕਿਸ ਤਰ੍ਹਾਂ ਇਕੱਠੀ ਕੀਤੀ, ਸੰਗਠਿਤ ਕੀਤਾ? ਜਾਣੀ ਜਿਹੜੇ ਉਹਨਾਂ ਨੇ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਜਾਣੀ ਉਹਨਾਂ ਨੇ ਜਿਹੜੀਆਂ ਉਹਦੀਆਂ ਵਜ਼ੀਰ ਖਾਨ ਦੇ ਆਲੇ ਦੁਆਲੇ ਦੀਆਂ ਮਤਲਬ ਜਿਹੜੀਆਂ ਫੋਰਸਿਸ ਸੀ, ਜਿਹੜੀਆਂ ਬਾਹਾਂ ਸੀ, ਉਹ ਭੰਨੀਆਂ। ਪਹਿਲਾਂ ਉਹਨੇ ਸਭ ਤੋਂ ਪਹਿਲਾਂ ਸਮਾਣੇ 'ਤੇ ਅਟੈਕ ਕੀਤਾ, ਜਿਹੜਾ ਮੇਨ ਜਾਣੀ ਰਾਹ ਦੇ ਵਿੱਚ ਵੀ ਰਾਜ ਭੂਣਾ ਵਗੈਰਾ ਰਾਹ ਵਿੱਚ ਕੋਈ ਇੰਸੀਡੈਂਟ ਹੈਗਾ ਜਿਹੜੀ ਮੇਨ, ਕਿਉਂਕਿ ਜਿਹੜੀ ਸਮਾਣੇ ਦੇ ਨਾਲ ਦੋ ਚੀਜ਼ਾਂ ਸੀ, ਇੱਕ ਤਾਂ ਜਿਹੜੀ ਵਜ਼ੀਰ ਖਾਨ ਦੀ ਫੋਰਸ ਘਟਾਉਣ ਲਈ, ਦੂਸਰੀ ਵਜ਼ੀਰ ਸਮਾਣੇ ਦੇ ਨਾਲ ਆਪਣੀ ਵੀ ਸੀ, ਕਿਉਂਕਿ ਜਿਹੜੇ ਸ਼ਾਸ਼ਲ ਬੇਗ ਬਾਸ਼ਲ ਬੇਗ ਜਿਹਨੇ ਸਾਹਿਬਜ਼ਾਦੇ ਸ਼ਹਾਦਤ ਸੀ ਉਹ, ਜਾਂ ਜਲਾਲੁਦੀਨ ਜੀ ਨੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਕੀਤੀ ਸੀ ਉਹ, ਜਿਹੜੇ ਮਤਲਬ ਈਵਨ ਜਿਹੜਾ ਵਸਨ ਅਲੀ ਸੀ ਜਿਹਨੂੰ ਗੁਰੂ ਗੋਬਿੰਦ ਸਿੰਘ ਨੇ ਲਿਖ ਕੇ ਦਿੱਤਾ ਸੀ ਅਨੰਦਪੁਰ ਸਾਹਿਬ, ਉਹ ਵੀ ਜਾਣੀ ਸਮਾਣੇ ਨਾਲ ਹੀ ਕਿਸ ਕਿਸਮ ਦੀ ਇਹਨਾਂ ਦਾ ਰੋਸਾ ਹੈਗਾ ਸੀ। ਸਮਾਣੇ ਤੋਂ ਬਾਅਦ ਫਿਰ ਇਹਨਾਂ ਨੇ ਜਿਹੜਾ ਅਗਲਾ ਮਤਲਬ ਜਿਹੜਾ ਮੇਨ ਟਾਰਗੇਟ ਸੀ ਇਹਨਾਂ ਇਹ ਰਾਧੇ ਦੇ ਵਿੱਚ ਮਤਲਬ ਬੇਸਿਕ ਉਸ ਟਾਈਮ ਜਿਹੜਾ ਤੁਸੀਂ ਸੋਸ਼ਲ ਕੰਡੀਸ਼ਨ ਦੇਖੀ ਜਾਵੇ ਬੜੀ ਵੱਡੀ ਕਰਪਟ ਕੰਡੀਸ਼ਨ ਸੀ ਸੋਸ਼ਲੀ। ਉਸ ਸਮਾਣੇ ਤੋਂ ਬਾਅਦ ਇਹਨਾਂ ਨੇ ਸਢੌਰੇ ਜਾਣਾ ਚਾਹਾ, ਪਰ ਰਾਧੇ ਦੇ ਵਿੱਚ ਇਹਨਾਂ ਨੂੰ ਇੱਕ ਜਾ ਕੇ ਪਤਾ ਲੱਗਿਆ ਰਾਧੇ ਵਿੱਚ ਬਈ ਇੱਕ ਕਪੂਰੀ ਜਗ੍ਹਾ ਹੈਗੀ ਜੀ। ਕਪੂਰੀ ਦਾ ਜਿਹੜਾ ਕਦਮੁਦੀਨ ਹਾਕਮ ਸੀ ਉਹ ਇੱਕ ਬੜਾ ਜਹਾਲ ਹਾਕਮ ਸੀ, ਉਹ ਜਾਣੀ ਜਿਹੜੀ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਬਹੁਤ ਜਾਣੀ ਬੁਰੀ ਤਰ੍ਹਾਂ ਕਰਦਾ ਸੀ। ਕਪੂਰੀ ਮੱਲਿਆ। ਕਪੂਰੀ ਤੋਂ ਬਾਅਦ ਸਢੌਰੇ ਤਾਂ ਇਹਨਾਂ ਦੇ ਕਿਉਂਕਿ ਜਿਹੜਾ ਬੁੱਧੂ ਸ਼ਾਹ ਸੀ ਉਹਦੀ ਸ਼ਹਾਦਤ ਉਸਮਾਨ ਖਾਨ ਨੇ ਬੜੀ ਬੁਰੀ ਤਰ੍ਹਾਂ ਗੱਡ ਕੇ ਧਰਤੀ ਵਿੱਚ ਉਹਨਾਂ ਦੀ ਸ਼ਹਾਦਤ ਕੀਤੀ ਸੀ। ਉਸ ਤੋਂ ਬਾਅਦ ਇਹਨਾਂ ਨੇ ਜਾ ਕੇ ਬੁੱਧੂ ਸ਼ਾਹ ਦਾ ਕਿਸਮ ਦਾ ਜਿਹੜੀ ਸਜ਼ਾ ਦਿੱਤੀ, ਸਢੌਰਾ ਮੱਲਿਆ। ਠੀਕ ਹੈ। ਸਢੌਰੇ ਤੋਂ ਬਾਅਦ ਜਿਹੜੀ ਬੜੀ ਸਟ੍ਰੈਟੇਜਿਕ ਗੱਲ ਕੀਤੀ ਇਹਨਾਂ ਨੇ, ਆਪਣੀ ਜਗ੍ਹਾ ਇੱਕ ਸਟੇਬਲ ਜਗ੍ਹਾ ਬਣਾਈ, ਜਿਹੜਾ ਲੋਹਗੜ੍ਹ ਜਗ੍ਹਾ ਹੈਗੀ ਸਢੌਰੇ ਦੀ 1709 ਦੀ ਜਿੱਤ ਤੋਂ ਬਾਅਦ ਲੋਹਗੜ੍ਹ ਇਹਨਾਂ ਨੇ ਜਗ੍ਹਾ ਐਸਟੈਬਲਿਸ਼ ਕੀਤੀ। ਇਹਦੇ ਜਿਹੜੀ ਲੋਹਗੜ੍ਹ ਜਗ੍ਹਾ ਇਹਦੇ ਵਿੱਚ ਮੈਂ ਛੋਟਾ ਜਿਹਾ ਐਡ ਕਰਨਾ ਚਾਹਾਂਗਾ, ਦੋ ਜਗ੍ਹਾ ਉੱਥੇ ਹੈਗੀਆਂ ਜਿਹਨੂੰ ਆਰਮੀ ਨਾਰਮਲ ਹਿਸਟੋਰੀਅਨ ਨੇ ਮਿਕਸ ਕਰਿਆ, ਇੱਕ ਲੋਹਗੜ੍ਹ ਇੱਕ ਮੁਕਤਸਰਗੜ੍ਹ। ਮੁਕਤਸਰਗੜ੍ਹ ਤੇ ਲੋਹਗੜ੍ਹ ਨੂੰ ਮਿਕਸ ਕਰਿਆ, ਬਟ ਉਹਨਾਂ ਦੇ ਵਿੱਚ 25-26 ਕਿਲੋਮੀਟਰ ਦਾ ਫਰਕ ਹੈਗਾ। ਮੁਕਤਸਰਗੜ੍ਹ ਤੇ ਲੋਹਗੜ੍ਹ ਜੁਦੀਆਂ ਜਗ੍ਹਾ ਹੈਗੀਆਂ। ਇਹਨਾਂ ਨੇ ਮੁਕਤਸਰਗੜ੍ਹ ਨੂੰ ਲੋਹਗੜ੍ਹ ਨੂੰ ਐਸਟੈਬਲਿਸ਼ ਕੀਤਾ ਐਜ਼ ਜਿਹੜੀ ਫਸਟ ਸਿੱਖ ਕੈਪੀਟਲ ਬਣ ਕੇ ਜਿਹਨੂੰ ਅਸੀਂ ਕਹਿੰਦੇ ਹਾਂ, ਜਿੱਥੋਂ ਫਿਰ ਇਹਨਾਂ ਨੇ ਬਾਅਦ ਦੇ ਵਿੱਚ ਸਿੱਕੇ ਵੀ ਕੱਢੇ, ਮੋਹਰ ਵੀ ਬਣਾਈ, ਇਹ ਲੋਹਗੜ੍ਹ ਤੋਂ ਬਣਾਈ। ਠੀਕ ਹੈ ਜੀ। ਔਰ ਸਰਹੰਦ ਤੇ ਫਿਰ ਇਹਨਾਂ ਨੇ ਹਮਲਾ ਕੀਤਾ ਉਸ ਤੋਂ ਬਾਅਦ? ਜਿਹੜਾ ਉਸ ਤੋਂ ਬਾਅਦ ਜਿਉਂ ਮਤਲਬ ਬੇਸਿਕਲੀ ਜਾਣੀ ਉਹ ਜਿਹੜੀ ਮੂਵਮੈਂਟ ਹੈਗੀ ਸੀ ਬੰਦਾ ਸਿੰਘ ਬਹਾਦਰ ਦੀ, ਇੱਕ ਕਿਸਮ ਦਾ ਇਨਕਲਾਬ ਹੈਗਾ ਸੀ, ਸੋਸ਼ਲ ਇਕਨੋਮਿਕ ਪੋਲੀਟੀਕਲ ਰਿਲੀਜੀਅਸ ਰੈਵੋਲੂਸ਼ਨ ਸੀ। ਠੀਕ ਹੈ। ਜਿਹੜੀ ਲੋਕਾਂ ਦੀ ਪਹਿਲੀ ਗੱਲ ਤਾਂ ਜਿਹੜੀ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਸੀ, ਜਿਹੜੀ ਸਾਹਿਬਜ਼ਾਦੇ ਸ਼ਹਾਦਤ ਦੀ ਇੱਕ ਬੜੀ ਵੱਡੀ ਲੋਕਾਂ ਦੇ ਦਰਦ ਸੀ, ਮਤਲਬ ਜਿਹੜੀ ਨਾਰਮਲ ਇੱਕ ਰੋਹ ਸੀ ਲੋਕਾਂ ਦਾ ਬਿਲਕੁਲ। ਔਰ ਉਹਦੇ ਦਾ ਰੋਹ ਸੀ ਜਦੋਂ ਲੋਕਾਂ ਨੂੰ ਕਾਨਫੀਡੈਂਸ ਹੋ ਗਿਆ ਵੀ ਗੁਰੂ ਗੋਬਿੰਦ ਸਿੰਘ ਨੇ ਜਿਹੜੇ ਦੇ ਇਹਨਾਂ ਨੂੰ ਆਪਾਂ ਡਾਕਟਰ ਗੰਡਾ ਸਿੰਘ ਨੇ ਉਹ ਹੁਕਮਨਾਮਾ ਮੈਂ ਵੀ ਲਾਇਆ, ਇਹਦੇ ਵਿੱਚ ਹੈਗਾ ਲੱਗਿਆ ਹੋਇਆ, ਲੋਕਾਂ ਨੇ ਇਹਦੇ ਨਾਲ ਜਾਣੀ ਲੋਕ ਜਿਸ ਤਰ੍ਹਾਂ ਹਾਲਤ ਵੀ ਸੀ ਜਾਣੀ ਕਹੀ ਵਾਲਾ ਕਹੀ ਜਿਸ ਤਰ੍ਹਾਂ ਵੀ ਉਹ ਆ ਕੇ ਬੰਦਾ ਸਿੰਘ ਬਹਾਦਰ ਦੀ ਫੋਰਸ ਕੋ ਆ ਕੇ ਇਕੱਠੇ ਹੋਏ। ਇਹਨਾਂ ਨੇ ਜਿਹੜਾ ਅਦਰ ਅਟੈਕ ਸੀ ਜਾਣੀ ਮੇਨ ਜਿਹੜਾ ਟਾਰਗੇਟ ਸੀ ਸਰਹੰਦ ਸੀ, ਮਤਲਬ ਜੀ ਸਰਹੰਦ ਤੋਂ ਪਹਿਲਾਂ ਬਨੋੜ ਵੀ ਗਏ, ਜਾਣੀ ਮੇਨ ਸਰਹੰਦ ਦੀ ਜਿਹੜਾ ਇਹਨਾਂ ਦਾ ਸੀ ਫਤਿਹ ਕੀਤਾ, ਜਿਹੜੀ ਫਤਿਹ ਕਰਨ ਦੀ ਵੀ ਜਿਹੜੀ ਸਰਹੰਦ ਦੀ ਲੜਾਈ ਦੇ ਵਿੱਚ ਚੱਪੜ ਚਿੜੀ ਉਹਦੇ ਵਿੱਚ ਵੀ ਚੱਪੜ ਚਿੜੀ ਜੇ ਲੜਾਈ ਹੈਗੀ ਉਹਦੇ ਵਿੱਚ ਮੈਂ ਐਡ ਕਰਨੀ ਚਾਹਾਂਗਾ ਜਿਹੜੀ ਸਪੈਸ਼ਲੀ ਪਰਸ਼ੀਅਨ ਰਾਈਟਰਸ ਹੈਗੇ ਉਹਨਾਂ ਚੱਪੜ ਚਿੜੀ ਬਾਰੇ ਜੋ ਲਿਖਿਆ ਹੈਗਾ। ਗੁਲਾਮ ਮੁਹੀਉਦੀਨ ਨੇ ਇਹ ਗੱਲ ਲਿਖੀ ਹੈਗੀ ਵੀ ਜਿਸ ਤਰ੍ਹਾਂ ਸਿੱਖ ਜਿਹੜੇ ਹੈਗੇ ਸੀ, ਜਿਹੜੀ ਵਜ਼ੀਰ ਖਾਨ ਦੀ ਫੌਜ ਸੀ, ਜਦੋਂ ਕਿ ਸਿੱਖ ਅਨਟ੍ਰੇਨਡ ਸੀ ਬਿਲਕੁਲ ਹੀ, ਵੀ ਜਿਹੜੀ ਪਹਾੜ ਪਰ ਤੇ ਜਿਕਣ ਪਾਣੀ ਆਉਂਦਾ ਹੈਗਾ ਨਾ ਕਾਗਜ਼ ਕਤਰੇ ਨੂੰ ਧੱਕ ਕੇ ਲੈ ਜਾਂਦਾ, ਸਿੱਖਾਂ ਦੀ ਜਿਹੜੀ ਫੌਜ ਸੀ ਬੰਦਾ ਸਿੰਘ ਬਹਾਦਰ ਦੀ ਫੌਜ ਵਜ਼ੀਰ ਖਾਨ ਦੀ ਫੌਜ ਨੂੰ ਇੱਕ ਤਰ੍ਹਾਂ ਧੱਕ ਕੇ ਲੈ ਗਿਆ ਜੀ। ਔਰ ਮਤਲਬ ਉਸ ਦੇ ਇੱਕ ਹੋਰ ਪੈਰਲਲ ਸੋਰਸ ਹੈਗਾ ਮੁੰਤਕਲ ਲਵਾਬ ਹੈਗੇ ਕਾਫੀ ਖਾਨ ਦੀ, ਉਹਦੇ ਵਿੱਚ ਉਹਨਾਂ ਲਿਖਿਆ ਹੈਗਾ ਲੰਮੀ ਚੌੜੀ ਉਹਨੇ ਲਿਖਿਆ ਵੀ ਸਿੱਖ ਵਿੱਚ ਜਾ ਕੁੱਤੇ ਹਾਥੀਆਂ ਦੇ ਵਿੱਚ, ਯਾਨੀ ਕਿ ਇੱਕ ਰੋਸਾ ਸੀ ਵੀ ਮਰ ਜਾਓ ਜਾਂ ਮਤਲਬ ਇਹਨੂੰ ਮਾਰ ਦਿਓ ਜਾਂ ਮਰ ਜਾਓ, ਐਸੀ ਕੰਡੀਸ਼ਨ ਸੀ। ਉੱਥੇ ਜਾ ਕੇ ਮਤਲਬ ਉਹਨੇ ਕਾਫੀ ਖਾਨ ਨੇ ਗੱਲ ਲਿਖੀ ਹੈਗੀ ਵੀ ਸਿੱਖਾਂ ਨੇ ਵਜ਼ੀਰ ਖਾਨ ਦੀ ਫੌਜ ਦਾ ਅੰਡਰ ਗਾਰਮੈਂਟਸ ਤੋਂ ਬਗੈਰ ਸਭ ਖੋਲਿਆ ਜੀ, ਇਹ ਵਿੱਚ ਵੀ ਲਿਖੀ ਹੈਗੀ ਗੱਲ। ਔਰ ਜਿਹੜੀ ਮੈਂ ਇੱਥੇ ਇੱਕ ਐਡ ਕਰਨੀ ਚਾਹਾਂਗਾ ਉਸ ਤੋਂ ਬਾਅਦ ਸਰਹੰਦ ਦੀ 14 ਮਈ 1710 ਨੂੰ, ਪਰ ਜਿਹੜੇ ਸਾਡੇ ਹਿਸਟੋਰੀਅਨ ਈਵਨ ਲਤੀਫ ਵਗੈਰਾ ਉਹ ਲਿਖਿਆ ਵੀ ਸਰਹੰਦ ਦੇ ਵਿੱਚ ਬੜੀ ਜਹਾਲਤ ਹੋਈ। ਮੈਂ ਇਸ ਦੇ ਨਾਲ ਸਹਿਮਤ ਨਹੀਂ ਹੈਗਾ। ਮੈਂ ਇੱਥੇ ਐਡ ਕਰਨਾ ਚਾਹਾਂਗਾ ਕਿਉਂਕਿ ਇੱਕ ਲੜਕੀ, ਇੱਕ ਮੁਸਲਿਮ ਲੜਕੀ, ਇੱਕ ਦੀ ਉਹਦਾ ਹਸਬੈਂਡ ਨੂੰ ਮਾਰ ਕੇ
ਗਿਆਨੀ ਮਤਲਬ ਸਾਹਿਬ ਦੀ ਨਾਮ 'ਚ ਗੱਲ ਹੈਗੀ ਵੀ 34 ਪਿੰਡਾਂ ਦਾ ਮਾਲਕ ਸੀ ਬੰਦਾ। ਉਹਦਾ ਹਸਬੈਂਡ ਆਪਣੇ ਮਾਰ ਕੇ ਉਹਦੇ ਘਰ ਲੈ ਗਿਆ ਲੜਕੀ ਨੂੰ। ਬੰਦਾ ਸਿੰਘ ਬਹਾਦਰ ਨੇ ਉਹਨੂੰ ਤੋਪ ਦੇ ਮੂਹਰੇ ਖੜ ਕੇ ਅੜਾਇਆ। ਜਿਹੜੀ ਉਹਦੀ ਜਿਹੜਾ ਅਸੀਂ ਉਹਦੀ ਪਰਸਨੈਲਿਟੀ ਨੇ ਬੜਾ ਡਿਸਟੋਰਟ ਕੀਤਾ ਹੈਗਾ। ਅੱਛਾ, ਅੱਜ ਦੇ ਜਿਹੜਾ ਦੌਰ ਹੈ ਇਹਦੇ ਵਿੱਚ ਵੀ ਬੰਦਾ ਸਿੰਘ ਬਹਾਦਰ ਹੋਰਾਂ ਦੀ ਬਾਰ-ਬਾਰ ਜ਼ਿਕਰ ਹੋ ਰਿਹਾ ਹੈ। ਸਾਡੇ ਕੋਲ ਸਮਾਂ ਨਿਸ਼ਚਿਤ ਹੈ, ਉਹਦੇ ਹਿਸਾਬ ਨਾਲ ਅਸੀਂ ਬੜਾ ਅਹਿਮ ਟੌਪਿਕ ਵੀ ਛੂਹਣਾ ਚਾਹਾਂਗੇ। ਔਰ ਬੰਦਾ ਸਿੰਘ ਬਹਾਦਰ ਨੇ ਕਹਿੰਦੇ ਜੀ ਜ਼ਮੀਨਾਂ ਅਲਾਟ ਕੀਤੀਆਂ। ਅੱਜ ਕਿਸਾਨ ਬਾਰ-ਬਾਰ ਦਾਅਵਾ ਕਰ ਰਹੇ ਹੈ ਕਿ ਜਿਹੜਾ ਮੋਦੀ ਸਰਕਾਰ ਨੇ 3 ਬਿੱਲ ਲਿਆਂਦੇ ਹੈ, ਇਹ ਬਹੁਤ ਵੱਡਾ ਧੱਕਾ ਹੈ ਉਹਨਾਂ ਕਿਸਾਨਾਂ ਨਾਲ ਜਿਨ੍ਹਾਂ ਦੀ ਜ਼ਮੀਨਾਂ, ਉਹ ਕਹਿੰਦੇ ਜੀ ਅਲਾਟ ਤੇ ਉਹਨਾਂ ਨੇ ਕੀਤੀਆਂ। ਇਹ ਥੋੜ੍ਹੀ ਦਿਓ ਜਾਣਕਾਰੀ। ਬਿਲਕੁਲ, ਜਿਹੜਾ ਉਹ ਟਾਈਮ ਹੈਗਾ ਸੀ ਨਹੀਂ, ਕੁਛ ਜਗੀਰਦਾਰ ਸੀ, ਮਨਸਬਦਾਰ, ਕੁਛ ਜਿਹੜੇ ਜਿੰਨੇ ਵੀ ਬੰਦੇ ਸੀ ਮੁਜ਼ਾਹਰਿਆਂ ਦੀ ਤਰ੍ਹਾਂ ਸੀ ਜੀ। ਔਰ ਉਹਨਾਂ ਨੂੰ ਉਨਾ ਹੀ ਮਤਲਬ ਜਿਹੜਾ ਜਗੀਰਦਾਰ ਦੀ ਮੇਨ ਇੰਟੈਂਸ਼ਨ ਇਹ ਹੁੰਦੀ ਸੀ ਵੀ ਜਿਹੜੀ ਗਵਰਨਮੈਂਟ ਹੈਗੀ ਉੱਪਰ ਵਾਲੀ ਉਹਨੂੰ ਖੁਸ਼ ਕਰਨਾ ਹੈਗਾ। ਜਿਹੜਾ ਹੇਠਾਂ ਵਾਲੇ ਬੰਦਿਆਂ ਨੂੰ ਜਿੱਕਣ ਮਰਜ਼ੀ ਮਤਲਬ ਸਰਵਾਈਵ ਕਰ, ਈਵਨ ਉਹਨਾਂ ਨੂੰ ਖਾਣ ਜੋਗਾ ਰਾਸ਼ਨ ਨਹੀਂ ਸੀ ਰੱਖਿਆ ਜਾਂਦਾ। ਔਰ ਉਹਦੇ ਉੱਤੇ ਕੋਈ ਸੁਧਾਰ, ਕੋਈ ਚੀਜ਼, ਕਿਉਂਕਿ ਉਹਨਾਂ ਕੋਲ ਹੁੰਦਾ ਹੀ ਨਹੀਂ ਸੀ ਕੁਛ, ਕੋਈ ਸੁਧਾਰ ਕਰਨ ਦਾ ਕੋਈ ਫੈਸਿਲਿਟੀ ਨਹੀਂ ਸੀ। ਹੈਂਡ ਟੂ ਮਾਊਥ, ਈਵਨ ਹੈਂਡ ਟੂ ਮਾਊਥ ਵੀ ਬੰਦਾ ਸਿੰਘ ਬਹਾਦਰ ਨੇ ਜਾਣੀ ਇਹਦੇ ਇੱਕ ਬਹੁਤ ਹੀ ਵੱਡਾ ਸਟੈਪ ਉਹਨਾਂ ਨੇ ਲੱਤਾ। ਜਿਹੜੀ ਬੰਦਿਆਂ ਲੋਕਾਂ ਨੂੰ ਜਿਹੜੀ ਜ਼ਮੀਨਾਂ ਅਲਾਟ ਕੀਤੀਆਂ, ਜਿਹੜਾ ਕਿਹਾ। ਦੂਸਰੀ ਜਿਹੜੀ ਉਹਨਾਂ ਦੀ ਬੜੀ ਵੱਡੀ ਕੰਟਰੀਬਿਊਸ਼ਨ ਸੀ, ਇੱਕ ਸਟੇਟ ਦੀ ਜਿਹੜੀ ਬੇਸਿਕ ਰਿਕੁਆਇਰਮੈਂਟ ਸੀ, ਜਿਹੜੀ ਤੁਹਾਡੀ ਏਰੀਆ ਚਾਹੀਦਾ, ਤੁਹਾਡੇ ਕੋਲ ਪਾਪੂਲੇਸ਼ਨ ਚਾਹੀਦੀ ਹੈਗੀ, ਤੁਹਾਡੇ ਕੋਲ ਗੌਰਮੈਂਟ ਚਾਹੀਦੀ ਹੈ, ਅਤੇ ਤੁਹਾਡੇ ਕੋਲ ਬੇਸਿਕਲੀ ਸੋਵਰੈਨਿਟੀ ਚਾਹੀਦੀ ਹੈਗੀ। ਲੋਹਗੜ੍ਹ ਦੇ ਵਿੱਚ ਇਸੀ ਟਾਈਮ 'ਚ ਬੰਦਾ ਸਿੰਘ ਬਹਾਦਰ ਨੇ ਉੱਥੇ ਆਪਣੇ ਕਾਇਨ ਬਣਾ ਕੇ ਔਰ ਆਪਣੀ ਮੋਹਰ ਬਣਾ ਕੇ, ਅੱਜ ਸਭ ਤੋਂ ਵੱਡੀ ਗੱਲ ਹੈਗਾ ਉਹਦੇ ਬੰਦਾ ਸਿੰਘ ਬਹਾਦਰ 'ਤੇ ਬੜਾ ਉਜਰ ਲੱਗੇਗੇ, ਪਰ ਉਹਨਾਂ ਨੇ ਮੋਹਰਾਂ 'ਤੇ ਜੋ ਸਿੱਕਿਆਂ 'ਤੇ ਲਗਾਇਆ ਸਭ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਨਾਲ ਲਗਾਇਆ। ਜੀ ਜੀ, ਲਓ ਜੀ, ਬੜੀ ਵੱਡੀ ਸ਼ਖਸੀਅਤ ਸਨ ਬੰਦਾ ਸਿੰਘ ਬਹਾਦਰ। ਜਿਸ ਤਰ੍ਹਾਂ ਦੱਸ ਰਿਹਾ ਸਰਦਾਰ ਮੋਹਨ ਸਿੰਘ ਹੋਰੀ ਕਿ ਉਹਨਾਂ ਬਾਰੇ ਇਤਿਹਾਸਕਾਰਾਂ ਨੇ ਆਪੋ ਆਪਣੇ ਢੰਗ ਦੇ ਨਾਲ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਉਸੇ ਕਰਕੇ ਹੀ ਕਈ ਸ਼ੰਕੇ ਪੈਦਾ ਹੋ ਗਏ ਉਹਨਾਂ ਬਾਰੇ, ਪਰ ਇਹਨਾਂ ਨੇ ਬੜੀ ਮਿਹਨਤ ਦੇ ਨਾਲ, ਫਿਰ ਮੈਂ ਤੁਹਾਨੂੰ ਦਿਖਾ ਦੇਵਾਂ ਜੀ, ਇਹ ਕਿਤਾਬ ਹੈ, ਤੁਸੀਂ ਇਹ ਲੈਣਾ ਚਾਹੋ। ਇਹ ਕਿਤਾਬ ਵੈਸੇ ਕਿੱਥੋਂ ਮਿਲ ਸਕਦੀ ਜੇ ਕੋਈ ਪੜ੍ਹਨਾ ਚਾਹੇ ਲੈ ਕੇ ਜੀ? ਅਜੇ ਆ ਗਈ ਮਾਰਕੀਟ 'ਚ ਕਿ ਨਹੀਂ? ਨਹੀਂ, ਮਾਰਕੀਟ 'ਚ ਆ ਗਈ ਹੈਗੀ ਜੀ। ਅੱਛਾ ਜੀ, ਮਤਲਬ ਮੇਰੇ ਕੋਲ ਜਿਹੜੀਆਂ ਕਾਪੀਆਂ ਸੀ ਉਹ ਵਿਕੀਆਂ ਹੈਗੀਆਂ। ਮੈਂ 70 ਕਾਪੀਆਂ ਲਿਆ ਸੀ ਇਹਦੀਆਂ। ਠੀਕ ਹੈ ਜੀ। ਹੁਣ ਇੰਡੀਆ 'ਚ ਆਈਆਂ ਜੀ, ਇੰਡੀਆ 'ਚ ਮਿਲਦੀਆਂ ਕਾਪੀਆਂ ਜੀ। ਤਾਂ ਲਓ ਜੀ, ਇਹ ਜਿਹੜੀਆਂ ਕਿਤਾਬ ਦੀਆਂ ਕਾਪੀਆਂ ਹਜੇ ਇੰਡੀਆ 'ਚ ਅਵੇਲੇਬਲ ਨੇ, ਪਰ ਇੱਥੇ ਇਹ ਲੋਕਲ ਸਾਡੇ ਇੱਥੇ ਬਰੈਂਪਟਨ ਸ਼ਹਿਰ ਦੇ ਵਿੱਚ ਆਪਣੇ ਪਰਿਵਾਰ ਦੇ ਕੋਲ ਆਏ ਹੋਏ ਆ, ਇੱਥੇ ਰਹਿੰਦੇ ਆ। ਔਰ ਜੇ ਤੁਸੀਂ ਮਿਲਣਾ ਚਾਹੋ, ਤੁਹਾਨੂੰ ਅਸੀਂ ਸਕਰੀਨ ਦੇ ਉੱਤੇ ਇਹਨਾਂ ਦਾ ਨੰਬਰ ਵੀ ਦੇ ਰਹੇ ਹਾਂ, ਤੁਸੀਂ ਇਹਨਾਂ ਨੂੰ ਸੰਪਰਕ ਕਰੋ। ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੋਵੇ, ਕੋਈ ਵੀ ਸ਼ੰਕਾ ਹੋਵੇ, ਉਹਦੇ ਬਾਰੇ ਤੁਸੀਂ ਜ਼ਰੂਰ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਤੇ ਲਓ ਜੀ, ਜਾਣ ਤੋਂ ਪਹਿਲਾਂ ਮੋਹਨ ਸਿੰਘ ਜੀ, ਸਮ ਅਪ ਕਰਨਾ ਚਾਹੋ। ਐਡੀ ਵੱਡੀ ਸ਼ਖਸੀਅਤ ਹੈ, ਐਡੀ ਵੱਡੀ ਤੁਸੀਂ ਕਿਤਾਬ ਲਿਖੀ ਹੈ, ਮੈਨੂੰ ਲੱਗਦਾ ਕਿ ਬਹੁਤ ਸਮਾਂ ਚਾਹੀਦਾ ਸੀ ਗੱਲਬਾਤ ਕਰਨ ਨੂੰ, ਪਰ ਇਸ ਸ਼ਖਸੀਅਤ ਬਾਰੇ ਤੁਸੀਂ ਕੁਝ 2 ਸ਼ਬਦਾਂ ਦੇ ਵਿੱਚ ਆਪਣੇ ਵੱਲੋਂ ਸਮ ਅਪ ਕਰਨਾ ਚਾਹੋ। ਜਿਸ ਤਰ੍ਹਾਂ ਇਹਨਾਂ ਦੀ ਜਿਹੜੀ ਬੰਦਾ ਸਿੰਘ ਪਰਸਨੈਲਿਟੀ, ਜੇ ਮੈਨੂੰ ਸਮ ਅਪ ਕਰਨ ਨੂੰ ਕਹੇ, ਇਹਨਾਂ ਦੇ ਜਿਹੜਾ ਮੇਨ ਜਿੱਦ ਗੁਰੂ ਗੋਬਿੰਦ ਸਿੰਘ ਮਿਲਣ ਤੋਂ ਬਾਅਦ ਇਹ ਸੀ ਵੀ ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਦੂਸਰੀ ਜਿਹੜੀ ਕਨਸੈਪਟ ਸੀ ਇਹਨਾਂ ਦੀ, ਰਾਜ ਬਿਨਾ ਨਹੀਂ ਧਰਮ ਚਲੇ ਹੈ, ਧਰਮ ਬਿਨਾ ਸਭ ਦੜੇ ਮਿਲੇ ਹੈ। ਪਰ ਤੁਸੀਂ ਜਿਹੜੀ ਮੀਰੀ ਪੀਰ ਦੀ ਕਨਸੈਪਟ ਸੀ, ਤੁਸੀਂ ਉੱਪਰ ਵਾਲੇ ਤੋਂ ਡਰ ਕੇ ਰਹੋ, ਕੋਈ ਵੀ ਹੈਗੇ, ਕਿੱਡਾ ਵੀ ਰੂਲਰ ਹੈਗਾ, ਉਹਦੀ ਇਹਨਾਂ ਦੀ ਕਨਸੈਪਟ ਸੀ ਜਿਹੜੀ ਇਹਦੇ ਆਲੇ ਦੁਆਲੇ ਇਹਨਾਂ ਦੀ ਪਰਸਨੈਲਿਟੀ ਘੁੰਮੀ ਹੈਗੀ ਜੀ। ਜਿਹੜੇ ਲੋਕ ਉਸ ਵੇਲੇ ਲਤਾੜੇ ਗਏ ਸੀ, ਜਿਹੜੇ ਲੋਕ ਉਸ ਵੇਲੇ ਸਾਰੇ ਜਿਹਨਾਂ ਤੋਂ ਹੱਕ ਖੋਲੇ ਗਏ ਸੀ, ਡਰੇ ਹੋਏ ਸੀ ਵਜ਼ੀਰ ਖਾਨ ਵਰਗੇ ਜਿਹੜੇ ਕਰੂਅਲ ਸ਼ਾਸਕਾਂ ਤੋਂ, ਉਹਨਾਂ ਦੇ ਅੰਦਰ ਕੌਨਫੀਡੈਂਸ ਪੈਦਾ ਕਰਨਾ ਔਰ ਉਹਨਾਂ ਨੂੰ ਉਹਨਾਂ ਦੀਆਂ ਮਲਕੀਅਤ ਦੇਣਾ, ਉਹਨਾਂ ਨੂੰ ਮਾਲਕ ਬਣਾਉਣਾ ਮੁੜ ਤੋਂ, ਔਰ ਉਹਨਾਂ ਅੰਦਰ ਮੁੜ ਕੇ ਜਜ਼ਬਾ ਪੈਦਾ ਕਰਨਾ। ਮੇਰੇ ਖਿਆਲ ਦੇ ਵਿੱਚ ਜਿਹੜਾ ਸਿੱਖ ਧਰਮ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਲੋਕ ਬਿਲਕੁਲ ਜਿਹੜੇ ਨਿਰਾਸ਼ ਹੋ ਗਏ ਸੀ, ਬੇਆਸ ਹੋ ਗਏ ਸੀ, ਸ਼ਾਇਦ ਉਹਨਾਂ ਅੰਦਰ ਜਿਹੜਾ ਜਜ਼ਬਾ ਜਗਾਇਆ ਇਹਨਾਂ ਨੇ। ਬਿਲਕੁਲ। ਇਸ ਤੋਂ ਪਹਿਲਾਂ ਮਤਲਬ ਮੈਂ ਇੱਕ ਇੰਸੀਡੈਂਟ, ਜਦੋਂ ਖੰਡੇ ਆਉਣ ਤੋਂ ਪਹਿਲਾਂ ਇਹਨਾਂ ਨੂੰ ਕੁਛ ਪਿੰਡ ਦੇ ਬੰਦਿਆਂ ਨੇ ਆ ਕੇ ਰਿਕੁਐਸਟ ਕਰੀ ਸੀ ਵੀ ਸਾਨੂੰ ਆ ਕੇ ਇਸ ਤਰ੍ਹਾਂ ਧਾੜ ਵੀ ਲੁੱਟ ਲੈਂਦੇ ਨੇ। ਹਰ ਇੱਕ ਰਿਟਨ ਡਾਕੂਮੈਂਟ ਹੈਗਾ ਵੀ ਇਹਨਾਂ ਨੇ ਬੰਦਾ ਸਿੰਘ ਬਹਾਦਰ ਨੇ ਕੱਲ੍ਹ ਕਹਿ ਦਿੱਤੀ ਸੀ ਵੀ ਇਹਨਾਂ ਨੂੰ ਬੰਦ ਕਰ ਦਿਓ, ਇਹਨਾਂ ਫੇਰ ਦੇਖਦੇ ਆ। ਧਾੜਵੀਆਂ ਨਾਲ ਕਰਕੇ ਉਹਨਾਂ ਨੇ ਡਿਲੀਟ ਕਰਿਆ। ਉਹਨਾਂ ਨੇ ਗੱਲ ਕਹੀ ਸੀ ਵੀ ਤੁਸੀਂ ਇੰਨੇ ਬੰਦੇ ਆ, ਤੁਸੀਂ ਇੰਨੇ ਫੇਸ ਨਹੀਂ ਕਰ ਸਕਦੇ ਇਹਨਾਂ ਨੂੰ, ਯਾਨੀ ਇਹ ਗੱਲਾਂ ਦੁਬਾਰਾ ਉਹਨੂੰ ਖੜੇ ਕਰ ਦਿੱਤਾ। ਇਸ ਤਰ੍ਹਾਂ ਜਿਹੜੀ ਕਮਿਊਨਿਟੀ ਸੀ, ਇਹਨਾਂ ਨੇ ਕਮਿਊਨਿਟੀ ਨੂੰ ਜਿਹੜੇ ਜੋ ਵੀ ਹਰ ਸਭ ਤੋਂ ਵੱਡੀ ਗੱਲ ਸੀ, ਇੰਨੀ ਸੈਕੂਲਰ ਸੀ, ਹਰ ਤਰ੍ਹਾਂ ਦੀ ਕਮਿਊਨਿਟੀ ਨੇ ਅਟੈਂਡ ਕੀਤੀ। ਇਹਨਾਂ ਦੇ ਲਿਖਤਾਂ ਹੈਗੀਆਂ, ਮੁਸਲਮਾਨ ਵੀ, ਹਿੰਦੂ ਵੀ, ਸਭ ਜਣੀ, ਇਹਨੇ ਕੋਈ ਡਿਸਕ੍ਰਿਮੀਨੇਟ ਨਹੀਂ ਸੀ ਕੀਤਾ। ਜਿਹੜੀ ਬੇਸਿਕ ਏਕ ਪਿਤਾ ਏਕ ਸਕੀਮ ਹਮਬਾਰਕ, ਉਹਨੂੰ ਲੈ ਕੇ ਚੱਲਿਆ। ਸਭ ਦੇ ਲਈ ਇਹਨਾਂ ਨੇ ਬਹੁਤ ਹੀ ਜ਼ਿਆਦਾ ਉਪਰਾਲਾ ਕਰਿਆ ਹੈਗਾ ਜੀ। ਸਹੀ ਮਾਇਨੇ 'ਚ ਇੱਕ ਸੈਨਿਕ ਵੀ ਸਨ, ਸੈਨਾਪਤੀ ਸਨ, ਯੋਧੇ ਸਨ, ਸ਼ਾਸਕ ਸਨ, ਉਸ ਗੁਰੂ ਨੂੰ ਮੰਨਣ ਵਾਲੇ ਸਨ, ਧਰਮ ਦੇ ਉਪਾਸ਼ਕ ਸਨ। ਤੋ ਕਈ ਤਰ੍ਹਾਂ ਦੀਆਂ ਮਲਟੀ ਡਾਇਮੈਂਸ਼ਨਲ ਪਰਸਨੈਲਿਟੀ ਸਨ ਸਰਦਾਰ ਬੰਦਾ ਸਿੰਘ ਬਹਾਦਰ। ਔਰ ਜੋ ਉਹਨਾਂ ਬਾਰੇ
ਇਤਿਹਾਸ 'ਚ ਲਿਖਿਆ ਗਿਆ ਹੈ ਉਹ ਬੜਾ ਹੀ ਤਰੋੜ ਮਰੋੜ ਕੇ ਲਿਖਿਆ ਗਿਆ ਹੈ। ਜੋ ਉਹਨਾਂ ਦਾ ਬੰਦਾ ਸਨਮਾਨ ਸਤਿਕਾਰ ਉਹ ਉਹਨਾਂ ਨੂੰ ਨਹੀਂ ਮਿਲਿਆ, ਇਹ ਗੱਲ ਆਪਾਂ ਸਾਰੇ ਜਾਣਦੇ ਹਾਂ। ਵਰਨਾ ਅੱਜ 350 ਸਾਲਾ ਉਹਨਾਂ ਦਾ ਜਨਮ ਦਿਨ ਹੋਵੇ, ਸ਼ਤਾਬਦੀ ਸਮਾਰੋਹ ਹੋਣੇ ਚਾਹੀਦੇ ਸੀ, ਬਹੁਤ ਵੱਡੇ ਪੱਧਰ ਤੇ ਇਹ ਸਮਾਗਮ ਹੋਣੇ ਚਾਹੀਦੇ ਸੀ, ਪਰ ਕਿਸੇ ਕਾਰਨ ਕਰਕੇ ਇਹ ਗੱਲਾਂ ਨਹੀਂ ਹੋ ਰਹੀਆਂ। ਪਰ ਮੇਰੇ ਖਿਆਲ ਦੇ ਵਿੱਚ ਇਹ ਜਿਹੜੀ ਕਿਤਾਬ ਲਿਖੀ ਹੈ ਇਹਨਾਂ ਨੇ, ਇਹ ਕਿਤਾਬ ਕਾਫੀ ਹੱਦ ਤੱਕ ਲੋਕਾਂ ਦੇ ਵਿੱਚ ਚੇਤਨਾ ਲੈ ਕੇ ਆਏਗੀ, ਜਾਗਰਤੀ ਲੈ ਕੇ ਆਏਗੀ ਇਸ ਸ਼ਖਸੀਅਤ ਬਾਰੇ ਜਿਹੜੀ ਬਹੁਤ ਉੱਚੀ ਸੁੱਚੀ ਮਹਾਨ ਸ਼ਖਸੀਅਤ ਸਨ। ਔਰ ਸਾਨੂੰ ਖੁਸ਼ੀ ਹੈ ਕਿ ਅੱਜ ਲੋਕ ਉਹਨਾਂ ਨੂੰ ਫਿਰ ਯਾਦ ਕਰ ਰਹੇ ਹੈ, ਚਾਹੇ ਕਿਸੇ ਮਤਲਬ ਵਾਸਤੇ ਹੀ ਯਾਦ ਕਰ ਰਹੇ ਹੋਣ ਕਿ ਜੀ ਸਾਨੂੰ ਤੇ ਹੱਕ ਦਵਾਏ ਜ਼ਮੀਨਾਂ ਦੇ ਬਾਬਾ ਬੰਦਾ ਸਿੰਘ ਬਹਾਦਰ ਨੇ। ਹੱਕ ਤੇ ਉਹਨਾਂ ਨੇ ਦਵਾਏ ਹੈ, ਮਾਣ ਤੇ ਅਸੀਂ ਉਸ ਗੱਲ ਦਾ ਕਰਦੇ ਹਾਂ, ਪਰ ਕੀ ਉਹਨਾਂ ਨਾਲ ਜੋ ਇਨਸਾਫ ਹੋਣਾ ਚਾਹੀਦਾ ਸੀ ਉਹ ਅਸੀਂ ਕੀਤਾ? ਸ਼ਾਇਦ ਨਹੀਂ ਕੀਤਾ। ਪਰ ਹਜੇ ਵੀ ਕਹਿੰਦੇ ਨਾ ਜੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਦੇਰ ਆਏ ਦਰੁਸਤ ਆਏ। ਸਾਡੇ ਸਾਹਮਣੇ ਬੜੇ ਸਾਰੇ ਇੱਦਾਂ ਦੇ ਸ਼ਹੀਦ ਹੋਏ ਹੈ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਬਹੁਤ ਸਮਾਂ ਲੱਗਾ, ਬਹੁਤ ਜਹਿਦ ਤੋਂ ਬਾਅਦ ਉਹਨਾਂ ਦਾ ਸਨਮਾਨ ਮਿਲਣਾ ਸ਼ੁਰੂ ਹੋਇਆ। ਸਰਦਾਰ ਸ਼ਹੀਦ ਊਧਮ ਸਿੰਘ ਦੀ ਗੱਲ ਕਰ ਲਈਏ ਜੀ, ਸ਼ਹੀਦ ਊਧਮ ਸਿੰਘ ਵੀ ਇੱਕ ਐਸੀ ਸ਼ਖਸੀਅਤ ਹੋਈ ਹੈ, ਇੱਦਾਂ ਦੀ ਬੜੀਆਂ ਸ਼ਖਸੀਅਤਾਂ ਹੋਈਆਂ ਜਿਨ੍ਹਾਂ ਨੇ ਲਾਸਾਨੀ ਸ਼ਹਾਦਤਾਂ ਦਿੱਤੀਆਂ, ਕੁਰਬਾਨੀਆਂ ਦਿੱਤੀਆਂ, ਪਰ ਮੌਕੇ ਦੀਆਂ ਸਰਕਾਰਾਂ ਨੇ ਹੀ ਉਹਨਾਂ ਦਾ ਬੰਦਾ ਹੋਇਆ ਉਹ ਸਨਮਾਨ, ਉਹ ਹੱਕ ਉਹਨਾਂ ਦੇ ਪਰਿਵਾਰਾਂ ਨੂੰ ਅੱਗੇ ਫਰਦਰ ਉਹ ਨਹੀਂ ਦਿੱਤਾ। ਤੋ ਆਓ ਉਮੀਦ ਕਰਦੇ ਹਾਂ ਕਿ ਇਸ ਕਿਤਾਬ ਦੇ ਆਉਣ ਤੋਂ ਬਾਅਦ ਜਾਂ ਜਿਹੜੀ ਹੁਣ 350ਵੀਂ ਜਾਂ 350ਵੀਂ ਵਰ੍ਹੇਗੰਢ ਹੈ ਬੰਦਾ ਸਿੰਘ ਬਹਾਦਰ ਹੋਰਾਂ ਦੀ, ਮੁੜ ਤੋਂ ਚਰਚਾ ਚੱਲਣੀ ਚਾਹੀਦੀ ਹੈ ਕਿ ਯੈਸ ਇਸ ਵੱਡੀ ਸ਼ਖਸੀਅਤ ਦੇ ਨਾਲ, ਇਸ ਵੱਡੀ ਪਰਸਨੈਲਿਟੀ ਦੇ ਨਾਲ ਜ਼ਰੂਰ ਇਨਸਾਫ ਹੋਣਾ ਚਾਹੀਦਾ। ਤੇ ਇਹਨਾਂ ਬਾਰੇ ਅਸੀਂ ਵੀ ਪੜ੍ਹੀਏ ਤੇ ਆਪਣੀਆਂ ਅਗਲੀਆਂ ਜਨਰੇਸ਼ਨਾਂ ਨੂੰ ਵੀ ਦੱਸੀਏ ਕਿ ਕਿਸ ਤਰ੍ਹਾਂ ਇਹਨਾਂ ਨੇ ਉਸ ਵੇਲੇ ਉਸ ਵੱਡੇ ਮੁਗਲ ਸਮਰਾਟ, ਮੁਗਲ ਸ਼ਾਸਕ ਦੇ ਨਾਲ, ਮੁਗਲ ਸਾਮਰਾਜ ਦੇ ਨਾਲ ਟੱਕਰ ਲਈ ਕਿਵੇਂ ਸੰਗਠਨ ਕੀਤਾ ਲੋਕਾਂ ਨੂੰ, ਔਰ ਦੱਬੇ ਕੁਚਲੇ ਲੋਕਾਂ ਨੂੰ, ਨਿਰਾਸਰੇ ਲੋਕਾਂ ਨੂੰ ਮੁੜ ਕੇ ਖੜਾ ਕੀਤਾ ਐਡੀ ਵੱਡੀ ਤਾਕਤ ਦੇ ਖਿਲਾਫ ਸੰਘਰਸ਼ ਕਰਨ ਦੇ ਲਈ। ਇਹ ਕੋਈ ਵਿਰਲਾ ਟਾਵਾਂ ਹੀ ਕਰ ਸਕਦਾ ਹੈ। ਤੋ ਸਾਬੋ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ, ਔਰ ਸਮਾਂ ਲੱਗਾ ਫਿਰ ਤੁਹਾਡੇ ਨਾਲ ਗੱਲ ਕਰਾਂਗੇ। ਬਹੁਤ ਬਹੁਤ ਸ਼ੁਕਰੀਆ, ਔਰ ਤੁਹਾਡਾ ਸਾਰੇ ਦਰਸ਼ਕਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।